ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਤੋਂ ਹੋਮੋਮੋਰਫਿਜ਼ਮ ਚੈਪਟਰ ਸ਼ੁਰੂ ਕੀਤਾ ਹੋਇਆ ਹੈ। ਇਹਦੀਆਂ ਲਾਸਟ ਲੈਕਚਰ 'ਚ ਕੁਝ ਥਿਊਰਮਾਂ ਕੀਤੀਆਂ ਸੀ ਆਪਾਂ, ਅੱਜ ਵੀ ਅੱਗੇ ਥਿਊਰਮਾਂ ਕੰਟੀਨਿਊ ਕਰਨੀਆਂ ਨੇ। ਉਹ ਥਿਊਰਮ ਹੈ ਕਿਹੜੀ, ਮੈਂ ਸਟੇਟਮੈਂਟ ਪੜ੍ਹ ਰਿਹਾ, ਤੁਸੀਂ ਵੀ ਸਟੇਟਮੈਂਟ ਦੇਖ ਲਓ। ਇਹਨੂੰ ਆਪਾਂ ਸੈਕਿੰਡ ਥਿਊਰਮ ਔਨ ਹੋਮੋਮੋਰਫਿਜ਼ਮ ਵੀ ਕਹਿੰਦੇ ਹੈਗੇ ਆ। ਲੈਟ H be a normal subgroup of group G. Also let F a function from G to G by H, quotient group है ये, be a map defined by Fx is equals to Hx for all x belongs to G. Then F is homomorphism of G onto G by H with H as kernel F. देखो स्टेटमेंट च गिवन की है ते प्रूव की करना वो देखना ਆਪਾਂ ਨੂੰ ਦਿੱਤਾ ਹੋਇਆ ਹੈਗਾ कि जो फंक्शन है वो G तो G by H जा रहा है। ये गिवन ਆਪਾਂ ਨੂੰ ਤੇ ਇਹ ਵੀ गिवन है कि फंक्शन है किदां जी, और इमेज किवें आ, f of x जो है वो hx के बराबर है। ਇਹ ਫੰਕਸ਼ਨ ਇਦਾਂ ਗਿਵਨ ਕਿਉਂ, ਆਪਾਂ ਆਪ ਵੀ ਦਿਮਾਗ ਲਗਾ ਸਕਦੇ ਹਾਂ। ਜੇ ਫੰਕਸ਼ਨ ਜੋ ਹੈ ਉਹ G ਤੋਂ G by H ਜਾ ਰਿਹਾ ਫੰਕਸ਼ਨ, ਤਾਂ ਇਹਦੇ ਐਲੀਮੈਂਟਸ ਦੀ ਇਮੇਜ ਇਹਦੇ ਵਿੱਚ ਆਉਂਦੀ ਹੋਊਗੀ। ਇਹ ਚ ਐਲੀਮੈਂਟ ਕਿੱਦਾਂ ਦੇ, ਮੰਨ ਲਓ x ਦੀ ਫਾਰਮ ਦੇ ਨੇ, ਤੇ ਇਹਦੇ ਚ ਐਲੀਮੈਂਟ ਕਿੱਦਾਂ ਦੇ ਹੋਣਗੇ, ਧਿਆਨ ਚ ਹੋਵੇ ਜੋ ਕੋਸ਼ੈਂਟ ਗਰੁੱਪ ਸੀਗਾ ਉਹ ਚ ਰਾਈਟ ਕੋ ਸੈੱਟ ਹੋਣਗੇ, ਤਾਂ ਇਹਦੇ ਵਿੱਚ ਐਲੀਮੈਂਟ ਜੋ ਹੈਗੇ ਨੇ ਇਹ ਰਾਈਟ ਕੋ ਸੈੱਟ ਦੀ ਫਾਰਮ ਦੇ ਹੋਣਗੇ, ਤਾਂ ਇਹਦੀ ਇਮੇਜ ਆ ਹੋਊਗੀ ਅੰਡਰ F। ਚਲੋ ਇਹ ਸਾਰਾ ਗਿਵਨ ਆ ਆਪਾਂ ਨੂੰ। ਹੁਣ ਕੀ ਸ਼ੋ ਕਰਨਾ ਆਪਾਂ ਨੇ, ਪਹਿਲੀ ਗੱਲ ਸ਼ੋ ਕਰਨੀ ਆ ਆਪਾਂ, ਮੈਂ ਰਫ ਚ ਲਿਖ ਰਿਹਾ ਜੀ, ਰਫ ਚ ਕਰ ਲਈਏ ਪਹਿਲਾਂ। ਇੱਕ ਤਾਂ ਆਪਾਂ ਸ਼ੋ ਕਰਨਾ ਹੋਮੋਮੋਰਫਿਜ਼ਮ, ਦੂਜੀ ਗੱਲ ਇਹ ਚ ਬੜੀ ਇੰਪੋਰਟੈਂਟ ਹੈਗੀ ਆ ਹੋਮੋਮੋਰਫਿਜ਼ਮ। ਲਾਈਨ ਪੜ੍ਹ ਲਓ, ਹੋਮੋਮੋਰਫਿਜ਼ਮ ਆਫ G on to G by H, ਮਤਲਬ ਜਿਹੜੀ ਆ ਫੰਕਸ਼ਨ ਹੈਗਾ ਇਹਨੂੰ ਆਪਾਂ on to ਵੀ ਸ਼ੋ ਕਰਨਾ। ਇਹ ਹੋਮੋਮੋਰਫਿਜ਼ਮ ਹੋਏਗੀ, on to ਹੋਏਗੀ, ਤੇ ਤੀਜੀ ਗੱਲ ਸ਼ੋ ਕਰਨੀ ਆ ਜੋ H ਹੈ ਉਹ ਕਰਨਲ F ਦੇ ਬਰਾਬਰ ਹੋਊਗਾ। ਮਤਲਬ ਜੋ ਕਰਨਲ F ਕੱਢਾਂਗੇ ਆਪਾਂ ਇਹਦਾ ਉਹ H ਬਰਾਬਰ ਸ਼ੋ ਕਰਾਂਗੇ, on to ਸ਼ੋ ਕਰਾਂਗੇ, ਹੋਮੋਮੋਰਫਿਜ਼ਮ ਸ਼ੋ ਕਰਾਂਗੇ। ਹੁਣ ਥੋੜਾ on to ਵਾਲਾ ਪਾਰਟ ਹੀ ਦੇਖਣ ਵਾਲਾ ਇਹਦੇ ਵਿੱਚ ਜੀ, ਕਿ on to ਵਾਲਾ ਪਾਰਟ ਹੈ ਸੌਖੇ, ਸਮਝਣ ਵਾਲਾ ਕੰਮ ਜ਼ਿਆਦਾ ਇਹੀ ਆ on to ਵਾਲਾ। ਚਲੋ ਸ਼ੁਰੂ ਕਰ ਰਹੇ ਹਾਂ ਆਪਾਂ, ਪਹਿਲਾਂ ਹੋਮੋਮੋਰਫਿਜ਼ਮ ਕਰਦੇ ਹਾਂ। ਇਹ ਕਿਵੇਂ ਕਰਨਾ ਹੁੰਦਾ ਹੈਗਾ, ਹੋਮੋਮੋਰਫਿਜ਼ਮ ਹੈ, ਧਿਆਨ ਚ ਹੋਵੇ, f of a into b ਜੋ ਹੈ ਉਹ f of a into f of b ਦੇ ਇਕੁਅਲ ਆਵੇ। for all a b belongs to G ਤਾਂ ਹੋਮੋਮੋਰਫਿਜ਼ਮ ਕਹਾਂਗੇ। ਸੋ ਮੈਂ ਲੈਟ ਕਰ ਰਿਹਾ ਜੀ, let a b belongs to G, a b G ਚੋਂ ਮੰਨ ਲਿਆ ਆਪਾਂ ਨੇ, therefore f of a ਕੀ ਹੋਊਗਾ h, x ਵਾਸਤੇ x ਆ ਗਿਆ, a ਵਾਸਤੇ a ਆ ਗਿਆ, ਤੇ f of b ਕੀ ਹੋਊਗਾ ਜੀ h b। ਨਾਓ f of a b ਕੱਢਿਆ, ਇਹ ਕਿੰਨਾ ਆਊਗਾ, x ਦੀ ਥਾਂ ਤੇ ਕੀ ਆ ਗਿਆ ਹੁਣ ਆਪਣਾ a b, ਤਾਂ ਕੀ ਬਣ ਜਾਏਗਾ ਇਹ h a b। ਧਿਆਨ ਦਿਓ ਜੀ, ਵੈਸੇ ਕੋਸ਼ੈਂਟ ਗਰੁੱਪ ਦੀ ਗੱਲ ਕਰ ਰਹੇ ਹੈਗੇ ਤਾਂ h ਕੀ ਹੋਊਗਾ ਪੱਕਾ ਨਾਰਮਲ ਸਬ ਗਰੁੱਪ, ਤੇ ਨਾਰਮਲ ਸਬ ਗਰੁੱਪ ਦੇ ਵਿੱਚ ਇਹ ਪੜ੍ਹੀ ਹੋਈ ਹੈ ਪ੍ਰੋਪਰਟੀ, ਜੇ ਨਾਰਮਲ ਸਬ ਗਰੁੱਪ ਹੈ H ਤਾਂ ਇਹਨੂੰ ਆਪਾਂ HA into HB ਲਿਖ ਸਕਦੇ ਹਾਂ। ਇਹ ਪਿਛਲੇ ਚੈਪਟਰ ਦੇ ਵਿੱਚ ਥਿਊਰਮ ਵੀ ਪ੍ਰੂਵ ਕੀਤੀ ਸੀ ਆਪਾਂ ਨੇ। ਇਹਨੂੰ ਇਦਾਂ ਲਿਖ ਲਿਆ ਆਪਾਂ ਨੇ, ਇਹ ਕਿਹਦੇ ਬਰਾਬਰ ਆ ਜੀ, ਇਹ ਹੋ ਗਿਆ f of A, ਇਹ f of B। ਇਹ ਜਨਰਲ ਐਲੀਮੈਂਟ ਨੇ, ਜਿਹਦੇ ਵਾਸਤੇ ਟਰੂ ਹੈਗਾ ਤਾਂ ਸਾਰਿਆਂ ਵਾਸਤੇ ਟਰੂ ਹੋਊਗਾ। for all a b belongs to G, ਇਹ ਸਾਰਿਆਂ ਵਾਸਤੇ ਟਰੂ ਹੈ। therefore ਕੀ ਬਣ ਗਿਆ ਆਪਣੇ ਕੋਲ, f ਕੀ ਬਣ ਗਿਆ, f is homomorphism, ਜੋ f ਹੈਗੀ ਆਪਣੇ ਕੋਲੇ ਹੋਮੋਮੋਰਫਿਜ਼ਮ ਹੋ ਗਈ ਜੀ। ਹੁਣ ਕਰਨਾ ਆਪਾਂ ਨੂੰ on to, ਇਹ ਹੋਮੋਮੋਰਫਿਜ਼ਮ ਨੂੰ ਆਪਾਂ on to ਸ਼ੋ ਕਰਨਾ। ਉਹ ਦੇਖੋ ਧਿਆਨ ਨਾਲ, ਜੋ on to ਵਾਲਾ ਪਾਰਟ ਹੈ ਉਹੀ ਜ਼ਿਆਦਾ ਸਮਝਣ ਵਾਲਾ। ਮੈਂ ਲਿਖਦਾ ਵੈਸੇ ਪਹਿਲਾਂ ਕਿ on to ਕਿਵੇਂ ਹੁੰਦਾ, there exist x belongs to A
such that fx equals to y for all y belongs to b। b ਦੇ ਸਾਰੇ ਐਲੀਮੈਂਟਸ ਦੀ ਜੋ ਇਮੇਜ ਹੈ ਉਹ x ਇਮੇਜ a ਵਿੱਚ ਆਵੇ ਤਾਂ ਆਪਾਂ ਕਹਾਂਗੇ ਔਨ ਟੂ। ਜਿਨ੍ਹਾਂ ਨੇ ਪਹਿਲਾਂ ਇਸ ਤੋਂ ਪਹਿਲਾਂ ਇਹ ਥਿਊਰਮਾਂ ਕੀਤੀਆਂ ਆਪਾਂ ਉਹ ਚ ਔਨ ਟੂ ਆ ਪਾਰਟ ਪ੍ਰੂਵ ਕੀਤਾ ਹੈਗਾ, ਧਿਆਨ ਚ ਹੋਊਗਾ ਕਿ ਇਹਦੇ ਵਿੱਚ ਆਪਾਂ ਨੇ ਜਿਹੜੀ ਇਮੇਜ ਹੁੰਦੀ ਹੈਗੀ ਆ, ਕੋਈ ਵੀ ਪਹਿਲਾਂ ਆਪਾਂ ਐਲੀਮੈਂਟ ਲੈਟ ਕਰਾਂਗੇ, ਲੈਟ ਕਰ ਲਿਆ ਆਪਾਂ ਨੇ ਜੋ hx ਹੈ ਉਹ b ਮਤਲਬ g by h ਵਿੱਚ। ਮੈਂ ਡਾਇਗਰਾਮ ਬਣਾ ਲਿਆ ਜੀ, ਆ g ਆ g by h, hx ਲੈ ਲਿਆ ਆਪਾਂ ਇਹਦੇ ਚ। ਇਹ ਕੋਈ ਐਲੀਮੈਂਟ ਜਨਰਲ ਸਪੋਜ਼ ਕਰਨਾ ਹੁੰਦਾ, ਉਹਦੀ ਪ੍ਰੀ ਇਮੇਜ ਜੋ ਹੈ ਇਦਾਂ ਪੜ ਦੋ, ਉਹਦੀ ਪ੍ਰੀ ਇਮੇਜ ਜੋ ਹੈ ਉਹ ਇਹਦੇ ਵਿੱਚ ਐਗਜ਼ਿਸਟ ਕਰਾਣੀ ਹੈ। ਤਾਂ ਜੋ ਥਿਊਰਮਾਂ ਹੋਣਗੀਆਂ, ਪਹਿਲਾਂ ਵੀ ਇਹ ਗੱਲ ਕੀਤੀ ਹੋਈ ਹੈ, ਥਿਊਰਮਾਂ ਦੇ ਵਿੱਚ ਪ੍ਰੀ ਇਮੇਜ ਆਪਾਂ ਸਪੋਜ਼ ਕਰਾਂਗੇ, ਇਹਦੀ ਪ੍ਰੀ ਇਮੇਜ ਆਪਾਂ ਸਪੋਜ਼ ਕਰਾਂਗੇ। ਜਿਨ੍ਹਾਂ ਨੇ ਪਹਿਲਾਂ ਲੈਕਚਰ ਲਾਏ ਹੋਣ ਫੰਕਸ਼ਨ ਦੇ, ਜੋ ਫੰਕਸ਼ਨ ਲੈਕਚਰ ਲਗਾਏ ਸੀ ਇਹਦੇ ਵਿੱਚ, ਉਹ ਲੈਕਚਰਾਂ ਵਿੱਚ ਪਹਿਲਾਂ ਆਪਾਂ ਨੇ ਜਿਹੜੇ ਥੋੜੇ ਨਿਊਮੈਰੀਕਲ ਟਰਾਈ ਕੀਤੇ ਸੀਗੇ, ਉਹਦੇ ਵਿੱਚ ਆਪਾਂ ਨੇ ਇਮੇਜ ਕੱਢੀ ਸੀਗੀ। ਜੋ ਨਹੀਂ ਧਿਆਨ ਚ ਹੈਗਾ ਪਿਛਲੇ ਲੈਕਚਰ ਦੇਖ ਲਿਓ ਜੀ। ਪਰ ਥਿਊਰਮਾਂ ਵਿੱਚ ਇੱਕ ਥਿਊਰਮ ਦੇ ਵਿੱਚ ਕਨਸੈਪਟ ਪਹਿਲਾਂ ਵੀ ਆਇਆ ਸੀ, ਥਿਊਰਮ ਦੇ ਵਿੱਚ ਆਪਾਂ ਜੋ ਪ੍ਰੀ ਇਮੇਜ ਹੁੰਦੀ ਹੈਗੀ ਆ ਉਹ ਕੱਢਾਂਗੇ ਨਹੀਂ, ਸਪੋਜ਼ ਕਰਾਂਗੇ ਆਪਾਂ, ਉਹ ਸੌਖੀ ਹੋਊਗੀ। ਤੋ ਦੇਖੋ ਕਿਵੇਂ x ਕਿਹਚ ਬਿਲੋਂਗ ਕਰਦਾ ਹੁੰਦਾ, ਰਾਈਟ ਕੋ ਸੈੱਟ ਕਿੱਦਾਂ ਬਣੇਗਾ ਜੇ ਐਲੀਮੈਂਟ ਇਹ ਕਿਹਦੇ ਵਿੱਚ ਹੋਊਗਾ, g ਵਿੱਚ ਹੋਊਗਾ। ਰਾਈਟ ਕੋ ਸੈੱਟ ਕਿੱਦਾਂ ਹੁੰਦਾ ਸਬ ਗਰੁੱਪ ਨੂੰ g ਦੇ ਐਲੀਮੈਂਟਸ ਨਾਲ ਮਲਟੀਪਲਾਈ ਕਰਨਾ ਤਾਂ ਹੀ ਉਹ ਰਾਈਟ ਕੋ ਸੈੱਟ ਬਣਦਾ ਹੁੰਦਾ। ਅੰਡਰਸਟੂਡ ਹੈ ਕਿ x ਪੱਕਾ g ਚ ਹੋਊਗਾ। ਮਤਲਬ ਕੋਈ ਵੀ ਰਾਈਟ ਕੋ ਸੈੱਟ ਲਵਾਂ, ਜਨਰਲ ਆਈ ਕੋਈ ਵੀ ਰਾਈਟ ਕੋ ਸੈੱਟ ਆਪਾਂ g by h ਚ ਲਵਾਂਗੇ ਤਾਂ ਇਹ x ਪੱਕਾ ਗਰੁੱਪ ਚ ਹੀ ਆਊਗਾ, ਬਿਕੋਜ਼ ਰਾਈਟ ਕੋ ਸੈੱਟ ਆ ਤਾਂ ਗਰੁੱਪ ਦੇ ਵਿੱਚ ਹੀ ਹੋਊਗਾ, ਤਾਂ ਹੀ ਰਾਈਟ ਕੋ ਸੈੱਟ ਬਣਿਆ ਇਹ। ਨਾ ਹੁਣ ਦੇਖੋ ਇਹਦੀ ਇਮੇਜ ਸਪੋਜ਼ ਕਰ ਰਿਹਾ, ਇਹਦੀ ਇਮੇਜ ਕੀ ਲੈ ਰਿਹਾ ਮੈਂ, ਪ੍ਰੀ ਇਮੇਜ ਸੌਰੀ, hx ਦੀ ਪ੍ਰੀ ਇਮੇਜ ਮੈਂ x ਸਪੋਜ਼ ਕਰ ਰਿਹਾ। ਕਿਉਂ ਚੈੱਕ ਕਰ ਲਓ, ਦਿੱਤਾ ਹੋਇਆ ਵੈਸੇ ਆਪਾਂ ਕਿ f of x hx ਬਣੇਗਾ, ਮਤਲਬ hx ਦੀ ਪ੍ਰੀ ਇਮੇਜ ਕੀ ਮੰਨ ਲਈ ਆਪਾਂ x ਸਪੋਜ਼ ਕਰ ਲਈ। ਐਂਡ ਜੋ ਪ੍ਰੀ ਇਮੇਜ ਹੈ ਉਹ g ਵਿੱਚ ਆ ਰਹੀ ਹੈ। ਦੇਖੋ ਹੁਣ ਜਿਹੜੀ ਗੱਲ ਸਮਝਣ ਵਾਲੀ ਆ ਉਹ ਦੇਖੋ ਜੀ, ਇਹ ਆਪਾਂ g ਚ ਸਪੋਜ਼ ਨਹੀਂ ਕੀਤਾ ਹੈਗਾ, ਆਪਾਂ ਇੱਥੋਂ ਸਟਾਰਟ ਕੀਤਾ ਸਾਰਾ ਕੁਐਸਚਨ। ਦੇਖੋ ਹੁਣ ਇਦਾਂ ਇਹ ਜੇ ਸਮਝ ਆਊਗਾ ਤਾਂ ਹੀ ਲੱਗੂ ਪਤਾ, ਇਹ ਕੋਈ ਆਪਾਂ ਸਪੋਜ਼ ਨਹੀਂ ਕੀਤਾ ਹੈਗਾ ਕਿ ਜਿਹੜੀ x ਆ ਉਹ g ਵਿੱਚ ਪਹਿਲਾਂ ਸਪੋਜ਼ ਨਹੀਂ ਕੀਤਾ ਆਪਾਂ ਨੇ। ਮਤਲਬ ਇਦਾਂ ਕਹਿ ਲਓ ਇਹਦੀ ਪ੍ਰੀ ਇਮੇਜ ਜੋ ਹੈਗੀ ਆ ਇਹ ਸਪੋਜ਼ ਕਰਨਾ, ਇਹਦੀ ਜੋ ਪ੍ਰੀ ਇਮੇਜ ਹੈਗੀ ਆ ਇਹ g ਚ ਆਪਾਂ ਲੈ ਕੇ ਆਉਣੀ ਆ, ਇਹ ਸਪੋਜ਼ ਨਹੀਂ ਕਰਨੀ। ਇਹ ਬੜੀ ਇੰਪੋਰਟੈਂਟ ਗੱਲ ਆ। ਆਪਾਂ ਨੇ ਇਹ ਚੈੱਕ ਕਰਨਾ ਹੁੰਦਾ ਹੈ ਕਿ ਇਹਦੀ ਪ੍ਰੀ ਇਮੇਜ ਜੋ ਹੈਗੀ ਆ ਉਹ ਇਹ ਸੈੱਟ ਵਿੱਚ ਆ ਰਹੀ ਆ। ਜੇ ਆਪਾਂ ਸਪੋਜ਼ ਹੀ ਕਰ ਲਈ ਕਿ ਸੈੱਟ ਵਿੱਚ ਆ ਰਹੀ ਹੈ, ਫਾਇਦਾ ਕੀ ਆ ਔਨ ਟੂ ਚੈੱਕ ਕਰਨ ਦਾ। ਤਾਂ ਇਹ ਆ ਕਿ ਇਹ ਐਲੀਮੈਂਟ ਆਪਾਂ ਸਪੋਜ਼ ਕਰਨਾ, ਬਿਕੋਜ਼ ਜਨਰਲ ਐਲੀਮੈਂਟ ਸਪੋਜ਼ ਕਰਾਂਗੇ ਇਹਦੇ ਵਿੱਚ, ਜੇ ਉਹਦੀ ਪ੍ਰੀ ਇਮੇਜ ਇਹ ਸੈੱਟ ਵਿੱਚ ਆ ਗਈ ਤਾਂ ਸਾਰਿਆਂ ਦੀ ਪ੍ਰੀ ਇਮੇਜ ਆ ਜਾਏਗੀ। ਇਹ ਸਪੋਜ਼ ਕਰਨਾ ਬਸ ਆਪਾਂ ਨੇ, ਇਹ ਚੀਜ਼ ਸਪੋਜ਼ ਨਹੀਂ ਕਰਨੀ ਚੀਜ਼। ਦੇਖੋ ਇੱਥੋਂ ਸਟਾਰਟਿੰਗ ਕੀਤੀ ਹੈ ਆਪਾਂ ਨੇ, ਮਤਲਬ ਇਦਾਂ ਨਹੀਂ ਕਹਿਣਾ ਹੈ ਕਿ ਲੈਟ ਕਰ ਲਓ ਕਿ x ਜੋ ਹੈ g ਵਿੱਚ, ਇਹਦਾ ਗਲਤੀ ਹੋ ਗਿਆ। ਇਹ ਤਾਂ ਪ੍ਰੂਵ ਕਰਨਾ ਆਪਾਂ ਨੇ ਕਿ x g ਵਿੱਚ ਆ ਰਿਹਾ। ਜੇ ਪਹਿਲੀ ਆਪਾਂ ਲੈਟ ਕਰ ਲਿਆ ਤਾਂ ਗਲਤ ਹੋ ਜਾਏਗਾ ਕਿ ਜੋ ਚੀਜ਼ ਪ੍ਰੂਵ ਕਰਨੀ ਹੁੰਦੀ ਹੈ ਲੈਟ ਨਹੀਂ ਕਰ ਸਕਦੇ ਆਪਾਂ, ਉਹ ਆਪਾਂ ਸਪੋਜ਼ ਨਹੀਂ ਜੋ ਚੀਜ਼ ਪ੍ਰੂਵ ਕਰਨੀ ਹੁੰਦੀ ਹੈ। ਫਿਰ ਤਾਂ ਕੰਮ ਹੀ ਬਹੁਤ ਸੌਖਾ ਹੋ ਜਾਏ ਜੇ ਆਪਾਂ ਕਰਨਾ ਹੋਵੇ, ਜੇ ਸਪੋਜ਼ ਨਾਲ ਹੀ ਕੰਮ ਚੱਲਦਾ ਹੋਵੇ ਆਪਣਾ ਇਦਾਂ। ਉਹ ਗੱਲ ਹੋ ਰਹੀ ਕੰਟਰਡਿਕਸ਼ਨ ਮੈਥਡ ਹੁੰਦਾ, ਪਰ ਉਹ ਵੀ ਪ੍ਰੂਵ ਕਰਦੇ ਹੁੰਦੇ ਆ। ਮੰਨ ਲਓ ਮੈਂ ਇਹਦੇ ਵਿੱਚ ਕਹਾਂ ਕਿ ਲੈਟ ਕਰ ਲਓ, ਲੈਟ f is on to, therefore proved। on to ਆਪਣੇ on to ਪ੍ਰੂਵ ਕਰਨਾ ਇਹਦੇ ਵਿੱਚ, on to ਵਾਲਾ ਪਾਰਟ ਕਰ ਰਹੇ। ਸਪੋਜ਼ ਕਰ ਲਓ ਕਿ f on to ਦਾ ਪ੍ਰੂਵ ਹੋ ਗਿਆ, ਇਦਾਂ ਨਹੀਂ ਹੁੰਦਾ। ਉਹ ਗੱਲ ਹੋ ਰਿਹਾ ਕੰਟਰਡਿਕਸ਼ਨ ਮੈਥਡ ਹੁੰਦਾ ਉਹ ਵੀ ਪ੍ਰੂਫ ਕਰਦੇ ਆ ਪੂਰਾ, ਐ ਨਹੀਂ ਕਿ ਸਪੋਜ਼ ਕਰ ਲਿਆ ਫਿਰ ਆਪਾਂ ਸ਼ੋਅ ਕਰਦੇ ਹਾਂ ਉਹਦੇ ਕੰਟਰਡਿਕਸ਼ਨ ਮੈਥਡ ਦੇ ਵਿੱਚ ਕਿ ਜੋ ਆਪਾਂ ਸਪੋਜ਼ ਕੀਤਾ ਉਹ ਗਲਤ ਆ। ਐ ਨਹੀਂ ਕਿ ਸਪੋਜ਼ ਕਰਕੇ ਆਪਾਂ ਸਿੱਧੇ ਕਹਿਣਾ ਕਿ ਥਿਊਰਮ ਪ੍ਰੂਵ ਹੋ ਗਈ। ਤਾਂ ਇਹ ਗੱਲ ਧਿਆਨ ਰੱਖਣੀ ਆ ਆਪਾਂ ਨੇ।
ਤਾਂ ਸਟਾਰਟਿੰਗ ਕਿੱਥੋਂ ਕਰਨੀ ਹੈਗੀ ਹੈ। ਇੱਕ ਗੱਲ ਹੋਰ ਧਿਆਨ ਰੱਖਣੀ ਹੁੰਦੀ ਹੈ ਕਿ ਇਹ ਗੱਲ ਤੇ ਕਨਫਿਊਜ਼ ਨਹੀਂ ਹੋਣਾ ਕਿ ਇਹ ਤਾਂ x ਤਾਂ ਪਹਿਲੇ g ਚ ਮੰਨਿਆ ਹੈ, ਇਹ ਤਾਂ x ਮੰਨਿਆ ਹੋਇਆ ਪਹਿਲਾਂ g ਚ ਆਪਾਂ ਨੇ। ਤੇ ਤਾਂ ਹੀ ਕਰਕੇ ਨਾ ਕਈ ਵਾਰੀ ਕਿ ਬੱਚੇ ਕਨਫਿਊਜ਼ ਨਾ ਹੋਣ, ਇੱਥੇ ਕਈ ਵਾਰੀ ਬੁੱਕ ਵਾਲੇ ਜਾਂ ਟੀਚਰ ਕੋਈ ਹੋਰ ਸਿੰਬਲ ਲੈ ਲੈਂਦੇ ਨੇ y, ਉਹ ਵੀ ਠੀਕ ਆ, ਪਰ ਤੁਸੀਂ BSc ਫਾਈਨਲ ਵਿੱਚ ਹੋ ਚੁੱਕੇ ਹੈਗੇ, ਤੁਹਾਨੂੰ ਇਹ 'ਚ ਕਨਸੈਪਟ ਕਲੀਅਰ ਹੋਣਾ ਚਾਹੀਦਾ ਕਿ ਇਹ x ਦਾ ਮਤਲਬ ਕੀ ਹੈ, ਇਹਦਾ ਮੀਨਿੰਗ ਕੀ ਹੈ। ਇਹ ਜਸਟ x ਇੱਕ ਵੇਰੀਏਬਲ ਸਮਝਾਉਣ ਵਾਸਤੇ ਆ। ਇਹਦਾ ਮੀਨਿੰਗ ਇਹ ਆ ਕਿ g ਦੇ ਹਰੇਕ ਐਲੀਮੈਂਟ ਦੀ ਇਮੇਜ ਇਦਾਂ ਕੱਢਣੀ ਹੈ। ਇਹ ਐਂ ਨਾ ਨਹੀਂ ਕਿ ਪਾਰਟੀਕੂਲਰ x ਹੀ ਸਮਝਾ ਰਹੇ ਆ ਆਪਾਂ ਨੇ, ਇਦਾਂ ਨਹੀਂ ਹੈਗਾ। ਇਹ x ਇੱਕ ਜਸਟ ਇੱਕ ਤਰੀਕਾ ਲਿਆ ਸਮਝਾਉਣ ਵਾਸਤੇ ਆਪਾਂ ਨੇ, ਪਹਿਲਾਂ ਹੀ ਬਹੁਤ ਵਾਰੀ ਗੱਲ ਕੀਤੀ ਹੈਗੀ ਆ। ਕੋਈ ਇੱਕ ਅਜਿਹਾ ਨੰਬਰ ਦੱਸੋ ਜਿਹਦੇ ਚ ਆਪਾਂ ਜਿਹੜਾ ਸਕੇਅਰ ਨੰਬਰ ਚ ਜੋੜੀਏ ਆਨਸਰ 5 ਬਣ ਜੇ। ਕੋਈ ਇੱਕ ਅਜਿਹਾ ਨੰਬਰ, ਉਹਦਾ ਸਕੇਅਰ ਕੀਤਾ, ਉਹਦੇ ਵਿੱਚ ਨੰਬਰ ਜੋੜੀਏ, ਸੇਮ ਨੰਬਰ ਜੋੜੀਏ, ਆਨਸਰ 5 ਬਣ ਜੇ। ਤਾਂ ਇਹਨੂੰ ਆਪਾਂ ਜੇ x ਸਪੋਜ਼ ਕਰ ਲਈਏ, ਆਪਾਂ ਸਪੋਜ਼ ਕਰ ਲਿਆ ਕਿ ਨੰਬਰ ਕੀ ਹੈਗਾ, ਸਪੋਜ਼ ਕਰ ਲਿਆ ਨੰਬਰ ਜੋ ਹੈ ਉਹ x ਆ। ਕੀ ਆਪਣਾ ਆਨਸਰ ਆ ਗਿਆ ਬਸ ਸਪੋਜ਼ ਕਰਕੇ? ਨਹੀਂ ਆਇਆ। ਇਹ x ਕੀ ਹੈਗਾ ਆਪਣੇ ਕੋਲ, x ਇੱਕ ਜਸਟ ਇੱਕ ਵੇਰੀਏਬਲ ਲਿਆ ਸਮਝਾਉਣ ਵਾਸਤੇ। x ਤਾਂ ਕੱਢਾਂਗੇ ਆਪਾਂ, ਸੋਲਵ ਕਰਾਂਗੇ ਅੱਗੇ। ਇਹ ਜਸਟ ਇੱਕ ਤਰੀਕਾ ਬਣਾਇਆ ਆਪਾਂ ਕਿ ਇਹ ਮੈਥਮੈਟੀਕਲ ਫਾਰਮ ਚ ਕਨਵਰਟ ਹੋ ਜੇ। ਇਹ ਮੈਥਮੈਟੀਕਲ ਫਾਰਮ ਕਨਵਰਟ ਕਰਨ ਵਾਸਤੇ ਸਿੰਬਲ ਬਣਾਇਆ ਆਪਾਂ ਨੇ ਕਿ ਇਹ ਮੈਥਮੈਟੀਕਲ ਫਾਰਮ ਕਨਵਰਟ ਹੋ ਗਈ। ਹੁਣ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ। ਹੁਣ ਮੈਥਮੈਟਿਕਲ ਜੇ ਆਪਾਂ ਕਨਵਰਟ ਕਰਨੀ ਹੈ ਤਾਂ y ਵਿੱਚ ਵੀ ਕਨਵਰਟ ਕਰ ਸਕਦੇ ਹਾਂ, y ਵੀ ਤਾਂ ਲੈਟ ਕਰ ਸਕਦੇ ਹਾਂ ਆਪਾਂ, ਆ ਵੀ। ਹੁਣ ਜਿਨ੍ਹਾਂ ਨੂੰ ਪ੍ਰੋਪਰ ਨਹੀਂ ਪਤਾ ਹੋਊਗਾ ਉਹ ਕਹਿਣਗੇ ਕਿ ਇਹ ਹੋਰ ਚੀਜ਼ ਹੈ, ਇਹ ਹੋਰ ਇੱਕੋ ਚੀਜ਼ ਹੈ ਜੀ। ਇਹ ਜਸਟ x ਤੇ y ਫਿਰ ਹੈ ਕੀ ਨੇ? x y ਕੋਈ ਵੈਲਿਊਜ਼ ਨਹੀਂ ਹੈਗੀਆਂ, ਜਸਟ ਇੱਕ ਆਪਾਂ ਮੈਥਮੈਟਿਕਲ ਟਰਮ ਦੇ ਵਿੱਚ ਕਨਵਰਟ ਕਰਨ ਵਾਸਤੇ ਆ x ਦੀ ਯੂਜ਼ ਕੀਤਾ ਕਿ ਆਪਣੇ ਮੈਥਮੈਟਿਕਲ ਇਕੁਏਸ਼ਨ ਬਣ ਜਾਏ। ਹੁਣ ਇਹ ਆਪਣੇ ਕੋਲ ਜਸਟ ਇੱਕ ਮੈਥਮੈਟਿਕਲ ਇਕੁਏਸ਼ਨ ਬਣਾਉਣ ਵਾਸਤੇ ਆਪਾਂ x ਸਪੋਜ਼ ਕੀਤਾ। ਮਤਲਬ ਇਹ ਜਸਟ ਇੱਕ ਮੈਥਮੈਟਿਕਲ ਇਕੁਏਸ਼ਨ ਵਾਸਤੇ x ਸਪੋਜ਼ ਕੀਤਾ। ਇਹ ਐ ਨਹੀਂ ਹੈ ਕਿ ਇਹ ਪੱਕਾ ਜੋ ਹੈਗਾ x ਉਹ g ਚ ਆ ਗਿਆ। ਇਹ ਸਿਰਫ ਇਹ ਦੱਸ ਰਿਹਾ ਕਿ ਜਿੰਨੇ ਵੀ ਐਲੀਮੈਂਟ g ਚ ਮੰਨਾਂਗੇ, ਇਹਦਾ ਮਤਲਬ ਇਦਾਂ ਨਹੀਂ ਕਿ x g ਚ ਆ ਰਿਹਾ। ਸਮਝਣ ਵਾਲੀ ਗੱਲ ਹੈਗੀ ਹੈ, ਇਹ ਜਸਟ ਸਮਝਾਉਣ ਵਾਸਤੇ ਆ ਕਿ ਇਹ ਆਪਣੇ ਕੋਲ ਜਿੰਨੇ ਵੀ ਐਲੀਮੈਂਟ g ਵਿੱਚ ਆ ਰਹੇ ਨੇ ਉਹਨਾਂ ਦੀ ਇਮੇਜਸ ਇਦਾਂ ਕੱਢਣੀ ਹੈ। ਆਪਾਂ ਨੂੰ ਕਿੱਥੇ ਗਿਵਨ ਆ ਕਿ x g ਚ ਦਿੱਤਾ ਤਾਂ ਹੈ ਨਹੀਂ ਆਪਾਂ ਨੂੰ। ਤਾਂ ਇਹ ਜਿਹੜੇ ਵੇਰੀਏਬਲ ਹੁੰਦੇ ਨੇ ਇਹ ਜਸਟ ਜਿਹੜੀ ਮੈਥਮੈਟਿਕਲ ਫਾਰਮ ਬਣਾਉਣੀ ਹੁੰਦੀ ਆ ਉਹਦੇ ਵਾਸਤੇ ਯੂਜ਼ ਕਰਦੇ ਹੁੰਦੇ ਆ। ਹੁਣ ਮੈਥਮੈਟਿਕਲ ਫਾਰਮ ਬਣਾਉਣ ਵਾਸਤੇ ਚਾਹੇ x ਵੇਰੀਏਬਲ ਯੂਜ਼ ਕਰ ਲਓ ਚਾਹੇ y ਵੇਰੀਏਬਲ ਯੂਜ਼ ਕਰ ਲਓ, ਕੋਈ ਫਰਕ ਨਹੀਂ ਪੈਂਦਾ ਹੈਗਾ। ਤਾਂ ਇਹ ਸਿਰਫ ਜੋ x ਵੇਰੀਏਬਲ ਯੂਜ਼ ਕੀਤਾ ਆਪਾਂ ਮੈਥਮੈਟਿਕਲ ਫਾਰਮ ਬਣਾਉਣ ਵਾਸਤੇ ਯੂਜ਼ ਕੀਤਾ। ਇੱਥੋਂ ਇਹ ਪੱਕਾ ਨਹੀਂ ਕਿ x g ਚ ਆ ਰਿਹਾ, ਇਹ ਮੈਥਮੈਟਿਕਲ ਫਾਰਮ ਬਣਾਉਣ ਵਾਸਤੇ ਆ। ਹੁਣ ਮੈਥਮੈਟਿਕਲ ਫਾਰਮ ਬਣਾਉਣ ਵਾਸਤੇ ਚਾਹੇ x ਮੰਨੀਓ ਦੁਬਾਰਾ ਵੇਰੀਏਬਲ, ਜਾਂ x y ਚੇਂਜ ਕਰ ਲਓ ਵੇਰੀਏਬਲ। ਹੁਣ ਮੈਥਮੈਟਿਕਲ ਫਾਰਮ ਬਣਾਈ ਇਹਦੀ ਮੈਂ x ਵੇਰੀਏਬਲ ਯੂਜ਼ ਕੀਤਾ। ਹੁਣ ਉਰੇ ਮੈਥਮੈਟਿਕਲ ਫਾਰਮ ਬਣਾਉਣਾ ਫਿਰ ਦੁਬਾਰਾ x ਵੇਰੀਏਬਲ ਯੂਜ਼ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਮੈਥਮੈਟਿਕਲ ਫਾਰਮ ਸਮਝਾਣੀ ਆਪਾਂ ਜਸਟ ਇੱਥੇ ਸਮਝਾਉਣ ਵਾਸਤੇ ਹੀ ਆਪਾਂ x ਯੂਜ਼ ਕੀਤਾ, ਇੱਥੇ ਸਮਝਾਉਣ ਵਾਸਤੇ ਆਪਾਂ x ਯੂਜ਼ ਕੀਤਾ। ਜੇ ਜਿੰਨੇ ਵੀ ਕੁਐਸਚਨ ਕਰਦੇ ਹੈਗੇ ਆਪਾਂ, ਜੇ ਮੰਨ ਲਓ ਇੱਕ ਕੁਆਡਰੇਟਿਕ ਇਕੁਏਸ਼ਨ ਦੇ ਕੁਐਸਚਨ ਕਰਦੇ ਆ ਆਪਾਂ, ਕਰ ਸਕਦੇ ਆ ਆਪਾਂ। ਦੇਖਿਆ ਇੱਥੋਂ ਗੱਲ ਸਮਝ ਆ ਜੇ ਹੋਰ। ਆ ਇਕੁਏਸ਼ਨ ਲੈ ਲਈ ਆਪਾਂ ਨੇ, ਆ ਦੋ ਇਕੁਏਸ਼ਨਾਂ ਨੇ, ਇਹ ਅਲੱਗ ਕੁਐਸਚਨ ਇਹ ਅਲੱਗ ਕੁਐਸਚਨ, ਦੋਨੇ ਅਲੱਗ ਕੁਐਸਚਨ ਨੇ। ਇੱਥੋਂ ਸਮਝਣਾ ਕੀ ਆ ਆਪਾਂ ਨੇ? ਕਈ ਬੱਚੇ ਡਾਊਟ ਕਰਦੇ ਨੇ, ਡਾਊਟ ਕ੍ਰੀਏਟ ਕਰਦੇ ਨੇ ਬਹੁਤ। ਉਹ ਕਹਿੰਦੇ ਨੇ ਜੀ x ਦਾ ਵੈਲਿਊ ਚੇਂਜ ਹੋਈ ਜਾ ਰਹੀ, ਕਦੇ ਕੋਈ ਆਉਂਦੀ ਹੈ ਕਦੇ ਕੋਈ ਆਉਂਦੀ ਹੈਗੀ। ਜਿਵੇਂ ਉਹਦੇ x ਕਿੰਨਾ ਆ ਗਿਆ, ਇੱਥੋਂ x 1 ਆ ਜਾਏਗਾ ਇਸ ਕੁਐਸਚਨ ਚ, ਇੱਥੋਂ x ਕਿੰਨਾ ਆ ਜਾਏਗਾ 0 ਆ ਜਾਏਗਾ। ਇਹਦਾ ਮਤਲਬ ਐ ਨਹੀਂ ਹੈ ਕਿ x ਦੀ ਵੈਲਿਊ ਹਮੇਸ਼ਾ ਹਰੇਕ ਕੁਐਸਚਨ ਸੇਮ ਆਊਗੀ ਕਿ ਉਰੇ x 1 ਆ ਗਿਆ ਜੀ, ਉਰੇ x 0 ਆ ਗਿਆ। ਇਦਾਂ ਨਹੀਂ ਹੈ ਕਿ x ਦੀ ਵੈਲਿਊ ਹਰੇਕ ਕੁਐਸਚਨ ਸੇਮ ਆਊਗੀ। ਫਿਰ x ਤਾਂ ਆਪਾਂ ਜੇ ਵੈਲਿਊ ਹਰੇਕ ਕੁਐਸਚਨ ਸੇਮ ਨਹੀਂ ਆਉਂਦੀ ਹੈਗੀ ਤਾਂ ਵੈਲਿਊ ਕੋ ਸੇਮ ਮੰਨੀ ਜਾਂਦੇ ਆਪਾਂ ਹਰੇਕ ਕੁਐਸਚਨ ਚ। ਇਹ ਵੈਲਿਊ ਲੱਗ ਆਈ x ਦੀ ਵੈਲਿਊ ਅਲੱਗ-ਅਲੱਗ ਆ ਰਹੀ ਹੈ ਤਾਂ ਵੇਰੀਏਬਲ ਵੀ ਆਪਾਂ ਅਲੱਗ-ਅਲੱਗ ਸਪੋਜ਼ ਕਰੀਏ। ਜੇ ਮੰਨ ਲਓ 100 ਕੁਐਸਚਨ ਨੇ, 1 ਤੋਂ ਲੈ ਕੇ 100 ਤੱਕ ਕੁਐਸਚਨ ਨੇ, ਤਾਂ ਉਹਨਾਂ ਵਾਸਤੇ ਹਰੇਕ ਚ ਆਪਾਂ ਅਲੱਗ-ਅਲੱਗ ਵੇਰੀਏਬਲ ਯੂਜ਼ ਕਰ ਲਈਏ।
ਹੁਣ ਇਹ ਕਨਫਿਊਜ਼ਨ ਉਹਨਾਂ ਬੱਚੇ ਨਾਲ ਆਊਗੀ ਜਿਹੜੇ ਬੱਚੇ ਪ੍ਰੋਪਰ ਨਹੀਂ ਸਮਝ ਰਹੇ ਗੱਲ ਨੂੰ ਕਿ x ਕਾਹਦੇ ਵਾਸਤੇ ਆ ਰਿਹਾ। ਉਰੇ x ਆਪਾਂ ਸਿਰਫ ਮੈਥਮੈਟਿਕਲ ਫਾਰਮ ਕਨਵਰਟ ਕਰਨ ਵਾਸਤੇ ਕੀਤਾ। ਇਹਦਾ ਮੀਨਿੰਗ ਕੀ ਹੈ? ਇੱਕ ਅਜਿਹਾ ਨੰਬਰ ਲੱਭਣਾ ਹੈਗਾ ਜਿਸ 'ਚ ਆਪਾਂ 1 ਐਡ ਕਰੀਏ 2 ਬਣ ਜੇ। ਇਹਦਾ ਮੀਨਿੰਗ ਕੀ ਹੈ? ਇੱਕ ਅਜਿਹਾ ਨੰਬਰ ਲੱਭਣਾ ਜਿਸ 'ਚ 2 ਐਡ ਕਰੀਏ 2 ਬਣ ਜੇ। ਠੀਕ ਹੈ, ਦੋਨੇ ਗੱਲਾਂ ਅਲੱਗ-ਅਲੱਗ ਨੇ, ਇਹ ਦੋਨੇ ਗੱਲਾਂ ਅਲੱਗ-ਅਲੱਗ ਹੀ ਨੇ। ਫਿਰ ਆਪਾਂ x ਸੇਮ ਕਿਉਂ ਮੰਨਿਆ? x ਸੇਮ ਨਹੀਂ ਹੈਗਾ, ਜਸਟ x ਇੱਕ ਇਦਾਂ ਹੀ ਟਰਮ ਮੰਨੀ ਆ ਆਪਾਂ ਨੇ। ਇਹ ਸੇਮ ਨਹੀਂ ਕਹਿਣਾ, ਇਹ ਜਸਟ ਇੱਕ ਇਦਾਂ ਦਾ ਵੇਰੀਏਬਲ ਲਿਆ ਆਪਾਂ ਨੇ ਕਿ ਇਹਨਾਂ ਮੈਥਮੈਟਿਕਲ ਫਾਰਮ ਕਨਵਰਟ ਹੋ ਜਾਏ ਬਸ। ਇਹ ਸਿਰਫ x ਹੁਣ ਇਹ ਐ ਨਹੀਂ ਕਿ ਇਹ 'ਚ ਆਪਾਂ x ਮੰਨ ਲਿਆ ਤਾਂ x ਪੱਕਾ 1 ਹੋਊਗਾ, ਇਦਾਂ ਨਹੀਂ ਹੈ। ਇਹ ਕੋਈ x ਕੋਈ ਇਦਾਂ ਨੰਬਰ ਨਹੀਂ ਹੈ ਕਿ ਇਹ ਜੇ ਇਹਦੇ ਵਾਸਤੇ ਮੰਨ ਲਿਆ ਤਾਂ ਪੱਕਾ x ਦੀ ਵੈਲਿਊ 1 ਆਊਗੀ। ਇਹ ਨੰਬਰ ਨਹੀਂ ਹੈ ਇਹਦੇ ਵਾਸਤੇ ਕੋਈ। ਇਹ ਜਸਟ ਆਪਾਂ ਮੈਥਮੈਟਿਕਲ ਫਾਰਮ ਕਨਵਰਟ ਕਰਨ ਵਾਸਤੇ ਮੰਨਦੇ ਹੁੰਦੇ ਆ। ਮੋਸਟਲੀ ਆਪਾਂ x ਮੰਨਦੇ ਆ ਸਾਰੇ ਕਿਤੇ, ਬਾਕੀ y ਹੁੰਦਾ, ਕਈ ਵਾਰੀ t ਹੁੰਦਾ, ਕੋਈ ਫਰਕ ਨਹੀਂ ਪੈਂਦਾ ਹੈਗਾ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ, ਜਿਸ ਤਰ੍ਹਾਂ ਮਰਜ਼ੀ ਕਰ ਲਓ। ਤਾਂ ਮੈਂ ਇਹ ਗੱਲ ਸਮਝਾਉਣੀ ਹੈਗੀ, ਇਦਾਂ ਨਹੀਂ ਹੈ ਕਿ ਜੇ ਆਪਾਂ ਉਹਦੇ ਕਹਿਤਾ ਕਿ x g ਵਿੱਚ ਆ ਰਿਹਾ ਹੈਗਾ ਤਾਂ x ਪੱਕਾ g 'ਚ ਹੋਊਗਾ। ਮੈਂ ਉਹਦੇ ਲਿਖਿਆ ਨਾ ਕਿ where x belongs to g, ਤਾਂ ਤੁਸੀਂ ਕਹੋਗੇ x ਤਾਂ ਪਹਿਲੀ g 'ਚ ਮੰਨਿਆ ਹੋਇਆ ਜੀ ਆਪਾਂ ਨੇ, ਤਾਂ ਉਰੇ ਇਹ ਲਿਖਣ ਦੀ ਕੀ ਲੋੜ ਹੈਗੀ? ਤਾਂ ਫਿਰ ਮਤਲਬ ਪਹਿਲੀ ਆਪਾਂ ਨੇ ਜੋ ਇਹਦੀ ਇਮੇਜ ਆ ਰਹੀ ਆ ਉਹ ਪਹਿਲੀ ਆਪਾਂ g 'ਚ ਮੰਨ ਲਈ ਕਿ ਉਹ g 'ਚ ਪਹਿਲੀ ਮੰਨਿਆ ਹੈ। ਤੇ ਇੱਕ ਪਾਸੇ ਮੈਂ ਹੀ ਕਹਿ ਰਿਹਾ ਕਿ ਜੇ ਪਹਿਲੀ ਆਪਾਂ ਪ੍ਰੀ ਇਮੇਜ g 'ਚ ਮੰਨ ਲਈ ਫਿਰ ਔਨ ਟੂ ਕਰਨ ਦਾ ਕੀ ਫਾਇਦਾ ਹੋਇਆ? ਔਨ ਟੂ ਦਾ ਆਪਾਂ ਚੈੱਕ ਕਰਨਾ ਨਾ ਕਿ ਇਹਦੀ ਪ੍ਰੀ ਇਮੇਜ ਆ ਰਹੀ ਹੈ ਕਿ ਨਹੀਂ ਆ ਰਹੀ। ਸਾਡੇ ਬੱਚਿਆਂ ਨੂੰ ਡਾਊਟ ਆ ਰਿਹਾ ਹੋਵੇ ਪਹਿਲੀ ਆਪਾਂ x g 'ਚ ਮੰਨਿਆ ਹੋਇਆ ਹੈਗਾ, ਤਾਂ ਤੁਸੀਂ ਫਿਰ ਪ੍ਰੀ ਇਮੇਜ ਤਾਂ ਪਹਿਲੀ g 'ਚ ਆ ਪ੍ਰੀ ਇਮੇਜ ਜਿਹੜੀ ਹੈਗੀ ਆ ਇਹ ਪਹਿਲੀ ਆਪਾਂ g 'ਚ ਮੰਨ ਲਈ। ਇਹ ਤਾਂ ਕੁਐਸਚਨ ਫਿਰ ਔਨ ਟੂ ਪ੍ਰੂਵ ਨਹੀਂ ਹੋਇਆ, ਇਹਦਾ ਗਲਤ ਪ੍ਰੂਵ ਹੋ ਗਿਆ। ਤਾਂ ਉਹੀ ਗੱਲ ਸਮਝਾਉਣੀ ਹੈਗੀ ਆ ਕਿ ਇੱਥੇ ਵੇਰੀਏਬਲ x ਲਿਆ ਸਮਝਾਉਣ ਵਾਸਤੇ, ਇੱਥੇ ਵੀ ਸਮਝਾਉਣ ਵਾਸਤੇ ਵੇਰੀਏਬਲ x ਲਿਆ ਹੈਗਾ। ਇਹ ਜਾਣ ਕੇ ਲਿਆ, y ਸਿੰਬਲ ਵੀ ਲੈ ਸਕਦਾ ਵੇਰੀਏਬਲ, ਪਰ ਮੈਂ ਜਾਣ ਕੇ x ਲਿਆ ਹੈਗਾ ਕਿ ਇਹ ਸਮਝਾਉਣ ਵਾਸਤੇ x ਲਿਆ, ਐ ਨਹੀਂ ਕਿ ਪੱਕਾ x ਇਹਦੇ ਵਾਸਤੇ ਫਿਕਸ ਹੋ ਗਿਆ। ਇੱਥੋਂ ਗੱਲ ਸਮਝ ਕੀ ਆ ਰਹੀ ਆ ਕਿ ਜੋ ਵੀ x ਜਿੰਨੇ ਵੀ ਆਪਾਂ ਐਲੀਮੈਂਟ g 'ਚ ਲਵਾਂਗੇ ਉਹਦੀ ਇਮੇਜ ਇਦਾਂ ਕੱਢਣੀ ਹੈ। ਇਹ ਗੱਲ ਸਮਝ ਆ ਰਹੀ ਹੈ। ਇੱਥੋਂ ਦਾ ਮਤਲਬ ਇਦਾਂ ਨਹੀਂ ਬਣ ਗਿਆ ਹੈ ਕਿ x ਪੱਕਾ ਇਹਦੇ ਵਾਸਤੇ ਅਸਾਈਨ ਹੋ ਗਿਆ ਕਿ ਆਪਾਂ ਹੋਰ ਕਿਤੇ x ਨਹੀਂ ਮੰਨ ਸਕਦੇ, ਜਾਂ ਜਿਹੜੀ ਆਪਾਂ ਨੈਕਸਟ ਥਿਊਰਮ ਕਰਾਂਗੇ ਉਹਦੇ 'ਚ ਆਪਾਂ x ਨਹੀਂ ਮੰਨ ਸਕਦੇ ਹੈਗੇ। ਇਹ ਜੋ ਮਰਜ਼ੀ ਆਪਾਂ ਸਪੋਜ਼ ਕਰ ਸਕਦੇ ਹੈਗੇ। ਇਸ ਕਰਕੇ ਇਹਦੇ ਵਿੱਚ ਇਹ ਗੱਲ ਧਿਆਨ ਰੱਖਣੀ ਕਿ ਪਹਿਲਾਂ ਆਪਾਂ ਜਨਰਲ ਐਲੀਮੈਂਟ ਲਿਆ, ਇਹ 'ਚ ਵੇਰੀਏਬਲ ਆਪਾਂ x ਹੀ ਰੱਖਿਆ ਹੈਗਾ, ਤੇ ਇੱਥੋਂ ਦੇਖ ਕੇ ਕਿਹਾ ਆਪਾਂ ਨੇ ਕਿ x g ਵਿੱਚ ਆ ਰਿਹਾ, ਕਿਉਂਕਿ ਜੋ ਰਾਈਟ ਕੋਸੈਟ ਲੈਣੇ ਨੇ, ਰਾਈਟ ਕੋਸੈਟ ਤਾਂ ਪਾਉਂਦੇ ਹੁੰਦੇ ਨੇ ਜੇ ਸਬ ਗਰੁੱਪ ਨੂੰ ਆਪਾਂ ਪੋਸਟ ਮਲਟੀਪਲਾਈ ਕਰਾਂਗੇ g ਦੇ ਐਲੀਮੈਂਟਸ ਦਾ। ਜੇ ਸਬ ਗਰੁੱਪ ਨੂੰ ਪੋਸਟ ਮਲਟੀਪਲਾਈ ਕੀਤਾ g ਦੇ ਐਲੀਮੈਂਟਸ ਨਾਲ ਤਾਂ ਇਹ ਪੱਕਾ ਐਲੀਮੈਂਟ g ਦਾ ਹੋਊਗਾ, ਤਾਂ ਹੀ ਰਾਈਟ ਕੋਸੈਟ ਬਣਿਆ, ਤਾਂ ਹੀ ਇਹ ਕੋਸ਼ਚਨ ਗਰੁੱਪ ਦੇ ਵਿੱਚ ਆਊਗਾ। ਇੱਥੋਂ ਦੇਖ ਕੇ ਕਿਹਾ ਇਹ ਹੋਊਗਾ, ਮਤਲਬ ਜਿੰਨੇ ਵੀ ਆਪਾਂ ਰਾਈਟ ਕੋਸੈਟ ਲਵਾਂਗੇ ਉਹਨਾਂ ਵਾਸਤੇ x ਪੱਕਾ g 'ਚ ਆਊਗਾ। ਇਹ ਪੱਕਾ ਆਏਗਾ ਜੀ, ਇਹ ਸਪੋਜ਼ ਨਹੀਂ ਕੀਤਾ ਆਪਾਂ ਨੇ। ਤਾਂ ਇੱਥੋਂ ਦੇਖਿਆ ਇਹਦੀ ਪ੍ਰੀ ਇਮੇਜ x ਆ ਗਈ, ਇਹ ਪੱਕਾ g 'ਚ। ਜੇ ਪ੍ਰੀ ਇਮੇਜ g 'ਚ ਆ ਰਹੀ ਹੈਗੇ ਸਾਰਾ, ਜੇ ਜਨਰਲ ਵਾਸਤੇ ਆ ਗਈ ਸਾਰਿਆਂ ਵਾਸਤੇ ਆ ਗਈ, ਜੇ ਸਾਰਿਆਂ ਵਾਸਤੇ ਆ ਗਈ ਤਾਂ ਆਪਾਂ ਕਹਾਂਗੇ therefore f ਕੀ ਹੋ ਗਿਆ? f is on to, ਇਹਨੂੰ f ਨੂੰ on to ਕਹਾਂਗੇ। ਅੱਗੇ ਇਹਦਾ ਤੀਸਰਾ ਪਾਰਟ ਆ ਥਿਊਰਮ ਦਾ, ਉਹ ਦੇਖਣਾ ਆਪਾਂ ਨੂੰ। ਇਹ ਤਾਂ ਲੋੜ ਨਹੀਂ ਪਾਉਣ ਦੀ, ਉਹ ਕਰਨਲ ਕੱਢਣਾ ਆਪਾਂ ਨੇ। ਜਿਹੜਾ ਕਰਨਲ f ਹੁੰਦਾ ਹੈ ਉਹ ਹੁੰਦਾ ਹੈਗਾ g ਦੇ ਉਹ ਐਲੀਮੈਂਟਸ ਜਿਨ੍ਹਾਂ ਦੀ ਪ੍ਰੀ ਇਮੇਜ ਆਇਡੈਂਟੀਟੀ ਆਵੇ, ਨਾ ਤੇ ਦੇਖ ਕੇ ਪਾਉਣਾ ਆਪਾਂ ਨੇ। ਜਿਨ੍ਹਾਂ ਨੂੰ ਪਤਾ ਹੋਊਗਾ, ਜਿਹੜੇ ਪਹਿਲਾਂ ਟੌਪਿਕ ਕੀਤਾ ਧਿਆਨ ਨਾਲ ਪਤਾ ਹੋਊਗਾ ਕਿ ਇਹਦੇ 'ਚ ਆਇਡੈਂਟੀਟੀ ਐਲੀਮੈਂਟ ਕੀ ਹੁੰਦਾ ਸੀਗਾ, ਉਹ h ਹੁੰਦਾ ਜੀ। ਇਹ 'ਚ ਆਇਡੈਂਟੀਟੀ ਐਲੀਮੈਂਟ g ਦੇ ਉਹ ਐਲੀਮੈਂਟਸ ਜਿਨ੍ਹਾਂ ਦੀ ਇਮੇਜ ਆਇਡੈਂਟੀਟੀ ਬਣਦੀ ਹੈ, ਉਹ ਸਾਰੇ ਇੱਕ ਸੈੱਟ ਵਿੱਚ ਪਾ ਲਵਾਂਗੇ, ਇਹਨੂੰ ਕਰਨਲ f ਕਹਾਂਗੇ। ਸੋ ਧਿਆਨ ਦਿਓ, ਇਹ ਸਾਰਾ ਕੰਮ ਸਮਝ ਕੇ ਚੱਲੇਗਾ ਜੀ। ਇਹ f of x ਦਿੱਤਾ ਹੋਇਆ ਆਪਾਂ ਨੂੰ ਕਿਵੇਂ ਕੱਢਣਾ ਹੁੰਦਾ, ਇਹ hx equal to h ਆ ਗਿਆ। f of x ਡਿਫਾਈਨ ਕੀਤਾ ਹੋਇਆ ਜੀ। g ਦੇ ਉਹ ਐਲੀਮੈਂਟਸ
ਸੱਚ ਦੈਟ ਜਿਨ੍ਹਾਂ ਵਾਸਤੇ HX H ਦੇ ਬਰਾਬਰ ਹੋਵੇ ਉਹ ਸਾਰੇ ਐਲੀਮੈਂਟਸ ਕਰਨਲ F ਚ ਪਾਉਣੇ ਨੇ ਆਪਾਂ ਇਹ ਸਮਝਣਾ ਧਿਆਨ ਨਾਲ। ਸੋ ਇਹ ਜੇ ਗੱਲ ਸਮਝ ਨਹੀਂ ਆ ਰਹੀ ਜਿਵੇਂ ਪਹਿਲਾਂ ਇਹ ਗੱਲ ਸਮਝ ਨਹੀਂ ਆਈ ਹੈਗੀ ਕਿ G ਦੇ ਉਹ ਐਲੀਮੈਂਟਸ ਜਿਨ੍ਹਾਂ ਦੀ ਇਮੇਜ ਆਇਡੈਂਟੀਟੀ ਬਣੇ ਫਿਰ ਇਹਨੂੰ ਸੋਲਵ ਕਰ ਲਿਆ ਸਮਝਣ ਵਾਸਤੇ ਆਪਾਂ ਨੇ ਕਿ ਥੋੜਾ ਇੱਥੋਂ ਠੀਕ ਲੱਗ ਰਿਹਾ ਹੁਣ ਕਿਵੇਂ ਕਿ G ਦੇ ਉਹ ਐਲੀਮੈਂਟਸ ਜਿਨ੍ਹਾਂ ਵਾਸਤੇ HX = H ਬਣੇ। ਹਰੇ ਵੀ ਜੇ ਕਈਆਂ ਨਹੀਂ ਸਮਝਿਆ ਕਈਆਂ ਨੂੰ ਸ਼ਾਇਦ ਸਮਝ ਆ ਗਿਆ ਹੋਵੇ ਕਿ ਕਿਹੜੇ ਐਲੀਮੈਂਟਸ ਹੋਣਗੇ। ਜੇ ਨਹੀਂ ਸਮਝ ਆਇਆ ਹੈਗਾ ਤਾਂ ਆਹ ਦੇਖ ਲਓ ਕਿ G ਦੇ ਉਹ ਐਲੀਮੈਂਟ ਸੱਚ ਦੈਟ ਇਹਦਾ ਮੀਨਿੰਗ ਕੀ ਹੁੰਦਾ X belongs to H। ਇਹ ਕੀਤਾ ਹੈ ਕਿ HX = H if and only if X belongs to H। ਹੁਣ ਸਮਝਿਓ ਉਹਦਾ ਮਤਲਬ ਕੀ ਹੈ। ਇਹ ਸਮਝ ਕੇ ਲੱਗੂ ਪਤਾ ਕਿ ਨਹੀਂ ਤਾਂ ਸਮਝ ਨਹੀਂ ਆਣਾ ਕਿ ਇਹ ਕੀ ਪਾਇਆ ਹੈ। ਇਹ ਸਮਝਣਾ ਧਿਆਨ ਨਾਲ G ਦੇ ਉਹ ਐਲੀਮੈਂਟਸ ਸੱਚ ਦੈਟ ਜੋ H ਵਿੱਚ ਆ ਰਹੇ ਨੇ। G ਦੇ ਉਹ ਐਲੀਮੈਂਟਸ ਜੋ H ਵਿੱਚ ਆ ਰਹੇ ਨੇ ਉਹ ਸਾਰੇ ਐਲੀਮੈਂਟ ਇੱਕ ਸੈੱਟ ਵਿੱਚ ਪਾ ਲਏ ਉਹਦਾ ਨਾਮ ਕੀ ਰੱਖਿਆ ਆਪਾਂ ਕਰਨਲ। ਹੁਣ ਦੇਖੋ ਮੈਂ ਦੁਬਾਰਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿਵੇਂ ਜਿਵੇਂ G ਮੰਨ ਲਿਆ ਆਪਾਂ ਸਮਝਾਉਣ ਵਾਸਤੇ ਆ 1 2 3 4 5 ਤੇ H ਮੰਨ ਲਿਆ 1 2 4 1 2 6 ਦੇਖੋ ਹੁਣ ਕਈਆਂ ਦਿਮਾਗ 'ਚ ਇਹ ਗੱਲ ਨਹੀਂ ਆ ਰਹੀ ਹੋਣੀ ਐਗਜ਼ਾਮਪਲ ਗਲਤ ਮੰਨੀ ਹੈ। H ਸਬ ਗਰੁੱਪ ਆਫ G ਹੈ ਜੇ ਸਬ ਗਰੁੱਪ ਆਫ G ਹੈ ਸਬਸੈਟ ਵੀ ਹੋਊਗਾ ਸਬਸੈਟ ਤਾਂ ਹੈ ਨਹੀਂ ਇਹ ਇਸ ਕਰਕੇ ਆ ਨਹੀਂ ਆਊਗਾ। ਹੁਣ ਠੀਕ ਲੱਗਦਾ ਵੈਸੇ ਉਹ ਐਗਜ਼ਾਮਪਲ ਸਮਝਾਉਣ ਵਾਸਤੇ ਹੀ ਆ ਉਹ ਲੈ ਨਹੀਂ ਸਕਦੇ ਆਪਾਂ ਕਿਉਂ ਕਿਉਂਕਿ ਇਹ ਗਰੁੱਪ ਨਹੀਂ ਹੈਗਾ ਇਹ ਕੁਝ ਹੋਰ ਹੀ ਮੰਨਿਆ ਜੀ। ਚਲੋ ਆ ਲੈ ਲਿਆ ਚਲੋ ਆਪਾਂ ਨੇ ਸਮਝਾਉਣ ਵਾਸਤੇ। ਹੁਣ ਇਹ ਦਾ ਸਬਸੈਟ ਆ ਤੁਹਾਨੂੰ ਕਿਹਾ ਹੈਗਾ ਇਹਦਾ ਮਤਲਬ ਕੀ ਹੈ ਇਹਦੇ ਵਿੱਚ ਤੁਸੀਂ ਉਹ G ਦੇ ਐਲੀਮੈਂਟਸ ਪਾਉਣੇ ਆ ਸੈੱਟ ਵਿੱਚ ਸਮਝਾਉਣ ਵਾਸਤੇ ਹੀ ਆ ਜੀ ਉਹ G ਦੇ ਐਲੀਮੈਂਟਸ ਪਾਉਣੇ ਆ ਜੋ H ਵਿੱਚ ਵੀ ਆ ਰਹੇ ਨੇ। ਕਿਹੜੇ ਕਿਹੜੇ ਪਾਵਾਂਗੇ ਜੀ G ਦਾ ਕਿਹੜਾ ਐਲੀਮੈਂਟ H ਵਿੱਚ ਆ ਰਿਹਾ 1 1 ਆ ਗਿਆ 2 ਪਾਵਾਂਗੇ 2 ਵੀ H ਚ ਆ ਰਿਹਾ ਹੋਰ 3 ਨਹੀਂ ਪਾਉਣਾ 4 ਨਹੀਂ ਪਾਉਣਾ 5 ਨਹੀਂ ਪਾਉਣਾ। ਜੇ ਓਵਰਆਲ ਦੇਖੀਏ ਕਿ G ਦੇ ਜੋ ਐਲੀਮੈਂਟ ਜੋ H ਵਿੱਚ ਆ ਰਹੇ ਨੇ ਤਾਂ ਆਟੋਮੈਟਿਕਲੀ H ਦੇ ਐਲੀਮੈਂਟ ਹੀ ਹੋਗੇ ਸਾਰੇ ਇਹ H ਦੇ ਐਲੀਮੈਂਟ ਹੀ ਨੇ ਤੇ ਇਹ H ਦੇ ਐਲੀਮੈਂਟ ਹੀ ਆਣਗੇ ਸਾਰੇ। ਦੁਬਾਰਾ ਦੇਖ ਲਓ G ਦੇ ਉਹ ਐਲੀਮੈਂਟਸ ਜੋ H ਵਿੱਚ ਆ ਰਹੇ ਨੇ H ਦੇ ਐਲੀਮੈਂਟ ਸਾਰੇ G ਵਿੱਚ ਹੀ ਨੇ ਤਾਂ G ਦੇ ਆਪਾਂ ਜਿਹੜੇ ਐਲੀਮੈਂਟਸ ਉਹ ਲੈਣੇ ਨੇ ਜੋ H ਵਿੱਚ ਆ ਰਹੇ ਨੇ ਤੇ H ਦੇ ਸਾਰੇ ਆਣਗੇ ਕਿਉਂਕਿ H ਵਿੱਚ ਕੋਈ ਬਾਹਰਲਾ ਐਲੀਮੈਂਟ ਤਾਂ ਹੈ ਨਹੀਂ ਸਾਰੇ G ਵਿੱਚੋਂ ਹੀ ਨੇ। ਆਪਾਂ G ਚੋਂ ਉਹ ਐਲੀਮੈਂਟਸ ਲੱਭਣੇ ਨੇ ਜੋ H ਚ ਆ ਰਹੇ ਨੇ H ਦੇ ਸਾਰੇ ਐਲੀਮੈਂਟ ਇਹਦੇ ਵਿੱਚ ਹੀ ਨੇ ਤਾਂ ਉਹਦਾ ਕੀ ਹੋ ਗਿਆ ਆਪਣੇ ਕੋਲ ਕਿ ਆਪਾਂ ਸਾਰੇ ਇਹ H ਦੇ ਐਲੀਮੈਂਟ ਹੀ ਬਣ ਜਾਣਗੇ ਮਤਲਬ ਇਹ ਸਾਰੇ ਐਲੀਮੈਂਟਸ H ਦੇ ਹੋਣਗੇ ਇਕੁਅਲ ਟੂ H ਆ ਇਹ H ਸੈੱਟ ਹੀ ਬਣੇਗਾ। ਜੇ ਸਾਰੇ ਐਲੀਮੈਂਟ ਆਪਾਂ ਇਹਦੇ ਵਿੱਚ H ਦੇ ਪਾਵਾਂਗੇ ਤਾਂ ਇਹ H ਸੈੱਟ ਹੀ ਬਣ ਜਾਏਗਾ। ਇੱਕ ਤਰੀਕਾ ਇਹ ਹੈ ਜੀ ਇੱਕ ਤਰੀਕਾ ਹੋਰ ਆ ਸਮਝਿਆ ਚੰਗੀ ਗੱਲ ਹੈ ਜੀ ਇੱਕ ਤਰੀਕਾ ਹੋਰ ਆ ਸਿੱਧਾ ਵੀ ਲਿਖ ਸਕਦੇ ਹਾਂ ਜਾਂ ਕਹੋ ਕਿ ਇਹਦੇ 'ਚ X G ਦੇ ਉਹ ਐਲੀਮੈਂਟਸ ਲੈਣੇ ਨੇ ਸੱਚ ਦੈਟ ਜੋ H ਵਿੱਚ ਆ ਰਹੇ ਨੇ ਮਤਲਬ X ਜੋ ਹੈ ਦੋਹਾਂ ਵਿੱਚ ਆ ਰਿਹਾ G ਵਿੱਚ ਵੀ ਆ ਰਿਹਾ H ਵਿੱਚ ਵੀ ਆ ਰਿਹਾ ਤਾਂ ਮਤਲਬ ਕੀ ਬਣ ਗਿਆ ਜੇ ਦੋਹਾਂ ਵਿੱਚ ਆ ਰਿਹਾ ਤਾਂ ਕੀ ਕਹਾਂਗੇ ਇਹ H ਇੰਟਰਸੈਕਸ਼ਨ G ਹੋ ਗਿਆ। ਦੋਹਾਂ ਵਿੱਚ ਉਹ ਐਲੀਮੈਂਟਸ ਆਣਗੇ ਜੋ ਕਾਮਨ ਹੋਣਗੇ ਤੇ ਕਾਮਨ ਐਲੀਮੈਂਟ ਕਿਹਦੇ ਵਿੱਚ ਪਾਣੇ ਹੁੰਦੇ ਆਪਾਂ ਇੰਟਰਸੈਕਸ਼ਨ 'ਚ। ਹੁਣੇ ਪਹਿਲਾਂ ਕੀਤਾ ਹੋਇਆ ਹੈਗਾ ਇਹਨਾਂ ਦੋਨਾਂ ਇੰਟਰਸੈਕਸ਼ਨ ਕੀ ਆਊਗਾ ਇਹ ਸਬਸੈਟ ਆਫ ਇਹ ਆ ਇਹਦੇ ਸਾਰੇ ਐਲੀਮੈਂਟ ਇਹਦੇ ਵਿੱਚ ਨੇ ਜੇ ਆਪਾਂ ਇੰਟਰਸੈਕਸ਼ਨ ਲਵਾਂਗੇ ਤਾਂ H ਹੀ ਬਣੇਗਾ। ਇਹ ਵਾਲਾ ਕਨਸੈਪਟ ਅੱਗੇ ਥਿਊਰਮਾਂ ਵਿੱਚ ਵੀ ਆਊਗਾ ਜਿਹੜਾ ਇੱਥੋਂ ਬਾਅਦ ਆ ਕਨਸੈਪਟ ਬਣਾਇਆ ਜੀ। ਸੋ ਇਹ ਓਵਰਆਲ ਥਿਊਰਮ ਸੀ ਸਾਰੀ ਜੀ ਬਸ ਔਨ ਟੂ ਵਾਲਾ ਪਾਰਟ ਹੀ ਜ਼ਿਆਦਾ ਸਮਝਣ ਵਾਲਾ ਇਹਦੇ ਵਿੱਚ ਜੀ ਜੋ ਬਾਕੀ ਨੈਕਸਟ ਥਿਊਰਮ ਕਰਨੇ ਆ ਕਾਫੀ ਇੰਪੋਰਟੈਂਟ ਹੈ ਜੀ ਇਹ ਪੂਰੇ ਚੈਪਟਰ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਥਿਊਰਮ ਹੈਗੀ ਹੈ ਜਿਹੜੀ ਆਪਾਂ ਹੁਣ ਕਰਨੀ ਹੈ ਜੀ। ਇਹ ਥਿਊਰਮ ਦਾ ਨਾਮ ਹੈਗਾ ਜੀ ਫੰਡਾਮੈਂਟਲ ਥਿਊਰਮ ਆਫ ਹੋਮੋਮੋਰਫਿਜ਼ਮ ਇਹ ਤੁਸੀਂ ਚੈੱਕ ਵੀ ਕਰ ਲਓ ਜਾਂ ਆਪਾਂ ਕਹਿੰਦੇ ਹੈਗੇ ਆ ਥਰਡ ਥਿਊਰਮ ਔਨ ਹੋਮੋਮੋਰਫਿਜ਼ਮ ਜਾਂ ਇੱਕ ਨਾਮ ਹੋਰ ਆ ਇਹਦਾ ਫਸਟ ਥਿਊਰਮ ਔਨ ਆਈਸੋਮੋਰਫਿਜ਼ਮ। ਸੋ ਦੇਖਦੇ ਹਾਂ ਆਪਾਂ
मैं स्टेटमेंट पढ़ रहा जी। लेट G and G dash be two groups and f function from G to G dash homomorphism of G on to G dash ਦਿੱਤਾ ਹੈ ਜੀ ਆਪਾਂ ਨੂੰ। if H is kernel of F ਇਹ ਵੀ given ਆਪਾਂ ਨੂੰ। ਤਾਂ ਆਪਾਂ ਸ਼ੋ ਕਰਨਾ ਕਿ G by H ਜੋ ਹੋਊਗਾ ਉਹ ਆਈਸੋਮੋਰਫਿਕ ਟੂ G ਡੈਸ਼ ਹੋਊਗਾ। ਇਹ ਸਿੰਬਲ ਪਾਇਆ ਜਿਵੇਂ ਆਪਾਂ ਕੌਂਗਰੂਐਂਟ ਪਾਉਂਦੇ ਹੁੰਦੇ ਨਾ, ਕੌਂਗਰੂਐਂਟ, ਇਹਨੂੰ ਆਈਸੋਮੋਰਫਿਕ ਕਹਿੰਦੇ ਆ ਆਪਾਂ। ਪਹਿਲਾਂ ਇਹ ਆਈਸੋਮੋਰਫਿਕ ਹੁੰਦਾ ਕੀ ਆ ਨੋਟ ਕਰ ਲਓ। ਪਹਿਲਾਂ ਨੋਟ ਸ਼ੁਰੂ ਸਟਾਰਟ ਕਰਨ ਤੋਂ ਪਹਿਲਾਂ ਇੱਕ ਨੋਟ ਪਾ ਲਓ। two groups G and G dash are said to be isomorphic if and only if there exists a function जो homomorphism कह रहे, there exists a homomorphism f from G to D dash such that f is 1 1 and onto. Also G is isomorphic to G dash is written as G is isomorphic to G dash। ਜਿਵੇਂ ਕੌਂਗਰੂਐਂਟ ਹੁੰਦਾ ਸੀਗਾ ਜੀ 10th ਕਲਾਸ ਦੇ ਵਿੱਚ, ਉਹਦਾ ਸਾਈਨ ਹੈ। ਇਹਨੂੰ ਪੜਾਂਗੇ ਆਪਾਂ G congruent to G dash ਨਹੀਂ ਕਹਿਣਾ, ਇਹਨੂੰ ਪੜਾਂਗੇ ਆਪਾਂ G is isomorphic to G dash। ਹੁਣ ਇਹ ਮਰਜ਼ੀ ਹੈਗੀ ਆ ਜੀ, ਚਾਹੇ G ਨੂੰ isomorphic G dash ਕਹਿ ਲਓ ਔਰ G dash isomorphic to G ਕਹਿ ਲਓ, ਜਿਸ ਤਰ੍ਹਾਂ ਮਰਜ਼ੀ ਪਾ ਲਓ ਜੀ। ਇਹ ਦੋਨੇ ਗੱਲਾਂ ਸੇਮ ਨੇ, ਜਿਸ ਤਰ੍ਹਾਂ ਮਰਜ਼ੀ ਕਹਿ ਸਕਦੇ ਹਾਂ। ਇਹ ਕੰਪਲਸ਼ਨ ਹੀ ਹੈ ਕਿ ਆਪਣੇ ਕੋਲ G is isomorphic to G dash ਹੋਊਗਾ ਤਾਂ G dash isomorphic to G ਵੀ ਜਿਸ ਤਰ੍ਹਾਂ ਮਰਜ਼ੀ ਕਹਿ ਸਕਦੇ। ਇਹ ਹੈ ਕੀ ਆ, ਦੋ ਗਰੁੱਪ ਆਈਸੋਮੋਰਫਿਕ ਤਾਂ ਹੋਣਗੇ if and only if ਪਹਿਲਾਂ ਇੱਕ ਫੰਕਸ਼ਨ ਐਗਜ਼ਿਸਟ ਕਰੇ ਦੋਨਾਂ ਵਿੱਚ। ਇਹ ਫੰਕਸ਼ਨ ਨੂੰ ਆਪਾਂ ਐਗਜ਼ਿਸਟ ਕਰਾਵਾਂਗੇ, ਇਹ ਪਹਿਲਾਂ ਥਿਊਰਮ 'ਚ ਕੀਤਾ ਹੋਇਆ ਜੀ। ਜੇ ਫੰਕਸ਼ਨ ਆਪਾਂ ਐਗਜ਼ਿਸਟ ਕਰਵਾ ਰਹੇ ਹਾਂ ਤਾਂ ਆਪਾਂ ਇਹ ਵੀ ਚੈੱਕ ਕਰਨਾ ਹੁੰਦਾ ਕਿ ਫੰਕਸ਼ਨ ਆਪਾਂ ਸਹੀ ਮੰਨ ਰਹੇ ਹਾਂ। ਸਹੀ ਮਤਲਬ ਵੈਲ ਡਿਫਾਈਨਡ ਹੈ। ਪਹਿਲਾਂ ਫੰਕਸ਼ਨ ਐਗਜ਼ਿਸਟ ਕਰਾਵਾਂਗੇ ਜੀ, ਉਹਨੂੰ ਹੋਮੋਮੋਰਫਿਜ਼ਮ ਸ਼ੋ ਕਰਾਂਗੇ, ਅਤੇ ਜੋ ਫੰਕਸ਼ਨ 1 1 ਹੋਵੇ ਅਤੇ ਔਨ ਟੂ ਵੀ ਹੋਵੇ ਨਾਲ। ਜੇ ਇੱਕ ਫੰਕਸ਼ਨ ਅਜਿਹਾ ਐਗਜ਼ਿਸਟ ਕਰ ਗਿਆ ਜਿਹੜਾ ਹੋਮੋਮੋਰਫਿਜ਼ਮ ਆ, 1 1 ਆ ਅਤੇ ਔਨ ਟੂ ਆ, ਤਾਂ ਆਪਾਂ ਕਹਾਂਗੇ ਜਿਹੜੇ ਆਹ ਦੋ ਗਰੁੱਪ ਨੇ ਇਹ ਆਪਸ 'ਚ ਆਈਸੋਮੋਰਫਿਕ ਨੇ। ਇਹ ਦੋਨੇ ਗਰੁੱਪ ਨੂੰ ਆਪਾਂ ਆਪਸ 'ਚ ਆਈਸੋਮੋਰਫਿਕ ਕਹਾਂਗੇ। ਇਹ ਡੈਫੀਨੇਸ਼ਨ ਹੈ ਜੀ। ਜਿਹੜੀ ਇਸ ਤੋਂ ਪਹਿਲਾਂ ਐਕਸਰਸਾਈਜ਼ ਦਿੱਤੀ ਸੀ ਹੋਮਵਰਕ ਵਾਸਤੇ, ਉਹ ਕਈਆਂ ਨੇ ਪੁੱਛਿਆ ਸੀਗਾ ਜੀ, ਉਹਦੇ ਦਿੱਤਾ ਸੀ ਕੁਐਸਚਨਾਂ ਵਿੱਚ ਕਿ ਦੋ ਗਰੁੱਪ ਆਪਾਂ ਆਈਸੋਮੋਰਫਿਕ ਕਰਨੇ। ਬੱਚਿਆਂ ਨੇ ਪੁੱਛਿਆ ਸੀਗਾ ਕਿ ਉਹਦੇ ਵਿੱਚ ਆਪਾਂ ਨੂੰ ਫੰਕਸ਼ਨ ਤਾਂ ਗਿਵਨ ਨਹੀਂ ਹੈਗਾ, ਤਾਂ ਧਿਆਨ ਰੱਖਣਾ ਜਿਹੜੇ ਆਪਾਂ ਦੋ ਗਰੁੱਪ ਆਈਸੋਮੋਰਫਿਕ ਕਰਨੇ ਹੁੰਦੇ ਨੇ, ਫੰਕਸ਼ਨ ਆਪਾਂ ਉਹ 'ਚ ਆਪ ਸਪੋਜ਼ ਕਰਨਾ ਹੁੰਦਾ। ਫੰਕਸ਼ਨ ਆਪ ਸਪੋਜ਼ ਕਰਕੇ ਉਹਨੂੰ ਹੋਮੋਮੋਰਫਿਜ਼ਮ ਸ਼ੋ ਕਰਨਾ, 1 1 ਤੇ ਔਨ ਟੂ ਸ਼ੋ ਕਰਨਾ। ਹੁਣ ਫੰਕਸ਼ਨ ਆਪ ਕਿਵੇਂ ਸਪੋਜ਼ ਕਰਨਾ ਆਪਾਂ ਥਿਊਰਮ 'ਚ ਕਰਾਂਗੇ, ਇੱਥੋਂ ਆਈਡੀਆ ਲੈ ਲਿਓ, ਟਰਾਈ ਕਰ ਲਿਓ ਕੁਐਸਚਨ ਫਿਰ। ਸੋ ਦੇਖੋ ਧਿਆਨ ਨਾਲ, ਪਹਿਲਾਂ ਜੋ ਗਿਵਨ ਹੈਗਾ ਆਪਾਂ ਉਹ ਕਰਦੇ ਹਾਂ ਜੀ, ਇੱਥੋਂ ਸਟਾਰਟ ਕਰ ਰਹੇ ਹਾਂ। We are given that, ਇਹ ਥਿਊਰਮ ਬਹੁਤ ਇੰਪੋਰਟੈਂਟ ਹੈ ਜੀ। ਸਟੇਟਮੈਂਟਾਂ ਤਾਂ ਸਾਰੀਆਂ ਧਿਆਨ 'ਚ ਰੱਖਣੀਆਂ ਨੇ। We are given that ਦਿੱਤਾ ਕਿ ਜਿਹੜਾ f ਹੈਗਾ G ਤੋਂ G dash is homomorphism ਦਿੱਤਾ ਹੈ ਜੀ। ਇਹ ਐਪੀਮੋਰਫਿਜ਼ਮ ਆ, ਐਪੀਮੋਰਫਿਜ਼ਮ ਯਾਦ ਹੋਵੇ ਜਿਹੜੀ ਹੋਮੋਮੋਰਫਿਜ਼ਮ ਔਨ ਟੂ ਹੋਵੇ। ਐਂਡ ਐਫ ਦਿੱਤਾ ਹੋਇਆ ਆਪਾਂ ਨੂੰ ਔਨ ਟੂ ਦਿੱਤਾ ਹੈ ਸਾਰਾ।
एंड होर की गिवन ਆਪਾਂ ਨੂੰ जो एच है वो कर्नल एफ के बराबर है। ये सारा कुछ ਆਪਾਂ ਨੂੰ गिवन दो ग्रुप ने आइसोमॉर्फिक आ जी ऑन टू आ ਅਤੇ जो एच है कर्नल एफ के बराबर आ। ਆਪਾਂ ਨੇ शो करना वी आर टू प्रूव दैट ਆਪਾਂ ने प्रूव करना है कि ਜਿਹੜਾ G by H हैगा ਇਹ आइसोमॉर्फिक होगा G डैश ਤੇ। ਇਹ ਗੱਲ ਆਪਾਂ ਨੇ शो करनी है। ਹੁਣ ਇਹ ਪਹਿਲਾਂ ਗੱਲ ਕੀਤੀ ਹੈ ਜੀ ਚਾਹੇ ਇਹ ਆइसोमॉर्फिक शो कर दवो चाहे ਇਹ शो कर दो ਇੱਕੋ ਗੱਲ ਆ ਜਿਸ ਤਰ੍ਹਾਂ ਮਰਜ਼ੀ ਅੱਗੇ ਪਿੱਛੇ ਕਰ ਸਕਦੇ। ਇਦਾਂ ਕਿਉਂ ਕਹਿ ਰਹੇ ਹੈਗਾ ਜੇ ਆਪਾਂ A ਨੂੰ ਆइसोमॉर्फिक शो ਕਰਨਾ B ਦੇ ਤਾਂ ਆਪਾਂ ਇੱਕ ਫੰਕਸ਼ਨ ਐਗਜ਼ਿਸਟ ਕਰਾਉਣਾ ਹੁੰਦਾ ਜੋ A ਤੋਂ B ਜਾ ਰਿਹਾ ਤੇ ਇਹ ਜਿਹੜਾ ਫੰਕਸ਼ਨ ਹੈਗਾ ਇਹਨੂੰ ਆਪਾਂ ਨੇ ਹੋਮੋਮੋਰਫਿਜ਼ਮ ਸ਼ੋ ਕਰਨਾ ਹੈਗਾ 1 1 on to ਸ਼ੋ ਕਰਨਾ ਹੁੰਦਾ ਜੋ ਫੰਕਸ਼ਨ ਜੋ ਹੈ। ਹੁਣ ਇਹ ਮੈਂ ਇਦਾਂ ਤਾਂ ਕਹਿ ਰਿਹਾ ਹੈਗਾ ਕਿ ਇਹਨੂੰ ਆइसोमॉर्फिक ਸ਼ੋ ਕਰਨਾ ਚਾਹੇ ਫੰਕਸ਼ਨ ਤੁਸੀਂ G by H ਤੋਂ G ਡੈਸ਼ ਬਣਾ ਲਓ f ਦਿੱਤਾ ਹੋਇਆ ਜੀ ਆਪਾਂ ਨੂੰ ਆਪਾਂ ਕੋਈ ਹੋਰ ਫੰਕਸ਼ਨ ਬਣਾਵਾਂਗੇ ਚਾਹੇ ਫੰਕਸ਼ਨ ਫਾਈ ਲੈ ਲਿਆ ਇੱਥੋਂ ਬਣਾ ਲਓ ਚਾਹੇ ਫੰਕਸ਼ਨ ਇੱਥੋਂ ਬਣਾ ਲਓ ਜਿਸ ਤਰ੍ਹਾਂ ਮਰਜ਼ੀ ਬਣਾ ਲਓ ਜਿਵੇਂ ਹੈਗਾ ਉਵੇਂ ਕਰ ਲਓ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ। ਤਾਂ ਫੰਕਸ਼ਨ ਜੋ ਹੈ G ਡੈਸ਼ ਤੋਂ G by H ਬਣਾ ਰਹੇ ਹਾਂ ਸੋ ਦੇਖੋ ਧਿਆਨ ਨਾਲ। ਪਹਿਲੀ ਗੱਲ ਇਹ ਕੋਸ਼ੈਂਟ ਗਰੁੱਪ ਚਾਹੀਦਾ ਹੁੰਦਾ ਆਪਾਂ ਨੂੰ। ਕੋਸ਼ੈਂਟ ਗਰੁੱਪ ਤਾਂ ਚਲੋ ਪਾਇਆ ਦਿੱਤਾ ਹੈ ਇਹ ਆਪਾਂ ਨਾਰਮਲ ਸਬ ਗਰੁੱਪ ਚਾਹੀਦਾ ਹੁੰਦਾ ਤਾਂ ਹੀ ਇਹ ਕੋਸ਼ੈਂਟ ਗਰੁੱਪ ਬਣਦਾ ਹੁੰਦਾ। ਆਲਸੋ ਸ਼ੁਰੂ ਕਰ ਰਹੇ ਹਾਂ ਆਪਾਂ ਆਲਸੋ ਵੀ ਹੈਵ ਦਿੱਤਾ ਹੋਇਆ ਆਪਾਂ ਨੂੰ ਜੋ H ਹੈ ਉਹ ਕਰਨਲ F ਦੇ ਬਰਾਬਰ ਆ। ਇਹ ਪਹਿਲਾਂ ਸ਼ੋ ਕੀਤਾ ਹੋਇਆ ਆਪਾਂ ਨੇ ਇਸ ਤੋਂ ਪਹਿਲਾਂ ਥਿਊਰਮ ਲਾਸਟ ਲੈਕਚਰ ਥਿਊਰਮ ਕੀਤੀ ਸੀਗੀ जो कर्नल F है वो की हुंदा नॉर्मल सब ग्रुप ऑफ G। ये लोड नहीं इज नॉर्मल सब ग्रुप ऑफ G। वी हैव H इक्वल टू कर्नल F इज नॉर्मल सब ग्रुप ऑफ G। नॉर्मल सब ग्रुप हुंदा therefore G by H is defined। ਹੁਣ ਦੱਸਣ ਵਾਸਤੇ ਇਹ ਗੱਲ ਇਹਦੀ ਗੱਲ ਕਰ ਸਕਦੇ ਹਾਂ ਕਿਉਂ ਗੱਲ ਕਰ ਸਕਦੇ ਹਾਂ ਬਿਕੋਜ਼ ਕੋਸ਼ੈਂਟ ਗਰੁੱਪ ਦੀ ਗੱਲ ਤਾਂ ਹੁੰਦੀ ਹੈ ਜੇ ਇਹਦਾ ਨਾਰਮਲ ਸਬ ਗਰੁੱਪ ਹੈ ਨਾਰਮਲ ਸਬ ਗਰੁੱਪ ਹੈ ਜੀ ਇਹ ਪ੍ਰੂਫ ਨਹੀਂ ਕਰਨਾ ਇਹ ਚਲੋ ਵੈਸੇ ਲੰਬੀ ਆ ਸਿੱਧਾ ਹੀ ਕਹਿਣਾ ਆਪਾਂ ਨੇ ਇਸ ਕਰਕੇ ਇਹ ਡਿਫਾਈਨਡ ਹੋ ਗਿਆ ਠੀਕ ਹੈ ਜੀ। ਹੁਣ ਇੱਕ ਫੰਕਸ਼ਨ ਲੈਟ ਕਰਦੇ ਹਾਂ ਆਪਾਂ ਫੰਕਸ਼ਨ ਥੋੜਾ ਰਫ ਕੰਮ ਕਰਨਾ ਆਪਾਂ ਸਮਝਾਉਣ ਵਾਸਤੇ ਪਹਿਲਾਂ ਦੇਖ ਲਿਓ ਬਾਅਦ ਚ ਇਕੱਠਾ ਉਤਾਰ ਲਿਓ ਜੀ। ਉਹ ਕਿਵੇਂ ਆ ਇੱਕ ਫੰਕਸ਼ਨ ਲੈਟ ਕੀਤਾ ਫਾਈ ਹੁਣ ਫੰਕਸ਼ਨ ਬਣਨਾ ਕਿਵੇਂ ਆ ਉਹ ਧਿਆਨ ਦਿਓ ਜੀ ਸਿੰਪਲ ਜੀ ਗੱਲ ਹੈ ਇਹਦੇ ਚ ਆਪਾਂ G ਡੈਸ਼ ਤੋਂ G by H ਬਣਾ ਰਹੇ ਹਾਂ ਫੰਕਸ਼ਨ ਲੈਟ ਫੰਕਸ਼ਨ ਦੇ ਵਿੱਚ ਕੀ ਹੁੰਦਾ ਜੇ ਧਿਆਨ ਚ ਹੋਵੇ ਇੱਕ ਤਾਂ ਡੋਮੇਨ ਹੁੰਦੀ ਹੈ ਇੱਕ ਕੋਡਮੇਨ ਇੱਕ ਇਮੇजेस ਦੱਸਣੀਆਂ ਹੁੰਦਾ ਕਿ ਇਮੇजेस ਕਿਵੇਂ ਨਿਕਲ ਰਹੀਆਂ ਤਾਂ ਤਿੰਨੇ ਗੱਲਾਂ ਹੋਣਗੀਆਂ ਤਾਂ ਪ੍ਰੋਪਰ ਫੰਕਸ਼ਨ ਕਹਿੰਦੇ ਆਪਾਂ। ਸੋ ਦੇਖੋ ਇੱਕ ਫੰਕਸ਼ਨ ਡਿਫਾਈਨ ਕਰਨਾ ਆਪਾਂ ਨੇ ਉਹ ਕਿਵੇਂ ਕਿ ਇਹਦੇ ਐਲੀਮੈਂਟਸ ਦੀ ਇਮੇਜ ਇਹਦੇ ਵਿੱਚ ਆਵੇ। ਹੁਣ ਜਿਹੜੀ ਵੱਡੀ ਪ੍ਰੋਬਲਮ ਇਹਦੇ ਵਿੱਚ ਆ ਰਹੀ ਹੈ ਉਹ ਵੱਡੀ ਪ੍ਰੋਬਲਮ ਕੀ ਆਊਗੀ ਇਹਦੇ ਚ ਐਲੀਮੈਂਟ ਕਿੱਦਾਂ ਦੇ ਹੋਣਗੇ ਰਾਈਟ ਕੋ ਸੈਟ ਜਾਂ ਲੈਫਟ ਜੋ ਮਰਜ਼ੀ ਪਾ ਲਓ HX ਦੀ ਫਾਰਮ ਦਾ ਐਲੀਮੈਂਟ ਹੋਊਗਾ ਇਹਦੇ ਵਿੱਚ ਤੇ ਇਹਦੇ ਵਿੱਚ ਐਲੀਮੈਂਟ ਕਿਸ ਫਾਰਮ ਦਾ ਹੋਊਗਾ X ਹੋਊਗਾ ਜੀ ਸੋਚੋ ਕਿਉਂਕਿ ਇਹਦੇ ਐਲੀਮੈਂਟ ਦੀ ਇਹ ਇਮੇਜ ਕੱਢਣੀ ਆਪਾਂ ਨੇ ਇੱਕ ਕੋਸ਼ਿਸ਼ ਕਰਨੀ ਹੁੰਦੀ ਹੈ ਆਪਾਂ ਨੇ ਜਦੋਂ ਵੀ ਆਪਾਂ ਇਮੇਜ ਕੱਢਦੇ ਹੁੰਦੇ ਆ ਮੰਨਣੀ ਹੁੰਦੀ ਆ ਸੇਮ ਜਾਂ ਮੰਨ ਲਈਦਾ ਹੁੰਦਾ ਜਿਵੇਂ ਥੋੜਾ ਸੇਮ ਰੱਖਣਾ ਹੁੰਦਾ ਜਿਵੇਂ ਮੈਂ ਕਹਾਂ
कि f ऑफ जे पहला आपां ਲਈ ਸੀ शायद ध्यान च होवे जिह च आपां किहा सीगा कि दो राइट कोसैट ਜਿਹੜੇ ਹੈਗੇ ਨੇ ਉਹਨਾਂ 'ਚ 1-1 ਕੋਰਸਪੋਂਡੈਂਸ ਹੁੰਦੀ ਹੈ ਦੋ ਰਾਈਟ ਕੋਸੈਟ ਵਿੱਚ ਤਾਂ f ऑफ h ਲਿਆ ਸੀ hb ਜੇ ਧਿਆਨ ਚ ਹੋਵੇ ਜੇ ਮੈਂ ਕਹਾਂ ਕਿ f ऑफ a इक्वल्स टू b है कि a ਦੀ ਇਮੇਜ b ਮੰਨ ਲਈ ਤਾਂ ਆਪਣਾ ਕੋ ਲੱਗ ਰਿਹਾ ਕਿ a ਦਾ ਇਹਦੇ ਨਾਲ ਕੋਈ ਲਿੰਕ ਨਹੀਂ ਬਣਿਆ ਹੈਗਾ ਲਿੰਕ ਮਤਲਬ ਕਿ ਇਹਨਾਂ 'ਚ ਕੁਝ ਕਾਮਨ ਤਾਂ ਹੈ ਨਹੀਂ ਜਿਵੇਂ ਚ h ਕਾਮਨ ਆ ਕੁਝ ਲੱਗ ਰਿਹਾ ਕਿ ਲਿੰਕ ਬਣ ਰਿਹਾ ਤਾਂ ਕੋਸ਼ਿਸ਼ ਕਰਨੀ ਆ ਆਪਾਂ ਜਿਹੜਾ ਫੰਕਸ਼ਨ ਆਪਾਂ ਸਪੋਜ਼ ਕਰਨੇ ਕਿ ਉਹਦੇ 'ਚ ਸੇਮ ਹੋਵੇ ਜੇ ਮੈਂ ਕਹਾਂ ਕਿ fx equal to 2x ਆ ਤਾਂ ਕੁਝ ਸਹੀ ਲੱਗ ਰਿਹਾ ਦੇਖਣ ਨੂੰ ਕਿ ਲਿੰਕ ਜਿਹਾ ਬਣਦਾ ਕਿ 1 ਭਰਾਂਗੇ 1 ਆਊਗਾ 2 ਭਰਾਂਗੇ 2 ਆਊਗਾ ਜੇ ਮੈਂ ਕਹਾਂ ਕਿ fx equals to 2 ਪਾਈ ਤਾਂ 1 ਭਰਿਆ ਉਹਦੀ ਇਮੇਜ ਕਿੰਨੀ ਆਊਗੀ ਕੁਛ ਲੱਗ ਨਹੀਂ ਰਿਹਾ ਪਤਾ ਇੱਥੋਂ 2 ਭਰਿਆ ਕੁਛ ਲੱਗ ਨਹੀਂ ਰਿਹਾ ਪਤਾ ਇਮੇਜ ਕਿੱਦਾਂ ਨਿਕਲ ਰਹੀਆਂ ਨੇ ਤਾਂ ਇਹ ਚੀਜ਼ ਕੁਛ ਸੇਮ ਰੱਖਣੀ ਹੁੰਦੀ ਹੈ ਤਾਂ x ਮੰਨ ਲਓ y a b ਜੋ ਮਰਜ਼ੀ ਮੰਨ ਲਓ ਹੁਣ ਲੱਗ ਰਿਹਾ ਪਤਾ ਕਿ ਇਹਨਾਂ ਸੇਮ ਆ ਗਿਆ ਤਾਂ ਜਿਹੜੀ ਇਮੇਜ ਹੈਗੀ ਇਹ ਚ ਭਰਾਂਗੇ ਆਪਾਂ ਐਲੀਮੈਂਟ ਭਰਾਂਗੇ ਇਮੇਜ ਨਿਕਲੀ ਜਾਊਗੀ ਚੇਂਜ ਹੋਈ ਜਾਊਗੀ ਮਤਲਬ ਗੱਲ ਇਹ ਹੈ ਸਾਰੀ ਕਿ ਜੋ ਐਲੀਮੈਂਟ ਜੋ ਫੰਕਸ਼ਨ ਸਪੋਜ਼ ਕਰਨਾ ਹੁੰਦਾ ਇੱਧਰ ਤੇ ਇੱਧਰ ਇੱਕ ਚੀਜ਼ ਘੱਟੋ ਘੱਟ ਸੇਮ ਰੱਖਣ ਦੀ ਕੋਸ਼ਿਸ਼ ਕਰਨੀ ਹੈ ਇੱਕ ਚੀਜ਼ ਆਪਾਂ ਘੱਟੋ ਘੱਟ ਸੇਮ ਰੱਖਣ ਦੀ ਕੋਸ਼ਿਸ਼ ਕਰਨੀ ਹੈ ਉਹੀ ਮੈਂ ਤਾਂ ਕਹਿ ਰਿਹਾ ਕਿ ਇਦਾਂ ਮੰਨ ਲਈ ਆਪਾਂ f of x equals to x ਨੇ ਪਿੱਛੇ ਕੀਤਾ ਸੀ ਆਪਾਂ ਕਿ ਤੁਹਾਨੂੰ ਲੱਗ ਰਿਹਾ ਕਿ ਫਾਈਲ ਲਵਾਂਗੇ ਸੌਰੀ ਵੈਲ ਡਿਫਾਈਨਡ ਤਾਂ ਆਪਾਂ ਕਰਾਂਗੇ ਵੈਲ ਡਿਫਾਈਨਡ ਕੀ ਹੁੰਦਾ ਕਿ ਇੱਕ ਦੀ ਇੱਕੋ ਇਮੇਜ ਆ ਰਹੀ ਹੈ ਉਹ ਤਾਂ ਕਰਾਂਗੇ ਆਪਾਂ ਕਿ ਲੱਗਦਾ ਕਿ ਠੀਕ ਮੰਨਿਆ ਗਿਆ ਫੰਕਸ਼ਨ ਜੀ ਸਭ ਤੋਂ ਮੇਨ ਗੱਲ ਇਹਦੇ ਵਿੱਚ ਇਹ ਹੈ ਸਮਝਣ ਵਾਸਤੇ ਕਿ ਲੱਗ ਰਿਹਾ ਕਿ ਇਹ ਫੰਕਸ਼ਨ ਠੀਕ ਮੰਨਿਆ ਗਿਆ ਆ ਜੀ ਬੈਚ ਚ ਆਪਾਂ hx ਲਿਆ ਇਹਦੇ ਚ ਆਪਾਂ x ਲੈ ਲਿਆ ਇਹ ਫੰਕਸ਼ਨ ਬਣਾਤਾ ਇਹ ਪ੍ਰੋਬਲਮ ਆ ਇਹਦੇ ਵਿੱਚ ਇਹ ਆਉਣਗੇ ਰੱਟਾ ਮਾਰ ਲਓਗੇ ਤਾਂ ਚੱਲ ਪਊਗਾ ਕੰਮ ਤਾਂ ਪ੍ਰੋਬਲਮ ਇਹ ਆਊਗੀ ਜੇ ਸਮਝੇ ਕਰੋਗੇ ਥੋੜਾ ਇੰਟਰਸਟ ਵੀ ਬਣੂਗਾ ਇਹਦੇ ਵਿੱਚ ਜੀ ਇਹ ਗਲਤ ਹੈ ਜੀ ਜਿਨ੍ਹਾਂ ਨੂੰ ਪ੍ਰੋਪਰ ਸਮਝ ਜਿਹਨੂੰ ਪ੍ਰੋਪਰ ਪਤਾ ਹੋਊਗਾ ਗਲਤ ਕਿਉਂ ਹੈਗਾ ਮੈਂ ਦੱਸ ਦਿੰਦਾ ਗਲਤੀ ਇਹਦੇ ਵਿੱਚ ਇਹ ਆ ਜਦੋਂ ਰਾਈਟ ਕੋਸੈਟ ਬਣਾਉਣਾ ਹੁੰਦਾ ਇਹ ਰਾਈਟ ਕੋਸੈਟ ਕਿਹਦਾ ਬਣ ਰਿਹਾ g/h ਲਿਆ ਆਪਾਂ ਨੇ ਨਾ ਕੋਸ਼ੈਂਟ ਗਰੁੱਪ ਜਦੋਂ h ਆਪਾਂ ਨੇ ਰਾਈਟ ਕੋਸੈਟ ਬਣਾਉਣਾ ਹੁੰਦਾ ਹੈਗਾ ਐਲੀਮੈਂਟ g ਨਾਲ ਮਲਟੀਪਲਾਈ ਕਰਨਾ g ਦੇ ਐਲੀਮੈਂਟ ਨਾਲ ਮਲਟੀਪਲਾਈ ਕਰਨਾ ਹੁੰਦਾ ਜੋ ਰਾਈਟ ਕੋਸੈਟ ਬਣਾਵਾਂਗੇ ਇਹ ਐਲੀਮੈਂਟ g ਦਾ ਹੋਊਗਾ ਲਾਸਟ ਥਿਓਰਮ ਵਿੱਚ ਵੀ ਆਪਾਂ ਹੁਣ ਇਹ ਉੱਪਰ ਪੜਿਆ ਜੀ ਤਾਂ ਇਹ ਐਲੀਮੈਂਟ g ਚ ਹੋਊਗਾ x g ਚ ਆਊਗਾ ਆਪਾਂ ਜੇ x g ਚ ਹੋਊਗਾ g ਡੈਸ਼ ਚ ਕਿੱਦਾਂ ਮੰਨ ਲਿਆ ਆਪਾਂ x ਇਹ ਗਲਤੀ ਨਹੀਂ ਹੋਗੀ x ਤਾਂ g ਚ ਹੋਊਗਾ ਜੀ ਤਾਂ ਇਹਦੇ ਵਿੱਚ ਇਹ ਆ ਪ੍ਰੋਬਲਮ ਫਿਰ ਆਪਾਂ ਕੀ ਕਰੀਏ ਜੇ ਲੱਗਦਾ ਕਿ ਚਲੋ ਇਹ ਨਹੀਂ ਸਹੀ ਲੱਗ ਰਿਹਾ ਕਿ ਇਹ ਤਾਂ ਗਲਤ ਆ g ਡੈਸ਼ ਚ x ਨਹੀਂ ਆ ਸਕਦਾ ਜੀ ਚ ਆਪਾਂ y ਮੰਨ ਲੈਣੇ y ਮੰਨ ਲਿਆ ਚਲੋ ਕੋਈ ਵੀ ਮੰਨ ਲਿਆ ਹੁਣ ਇੱਥੇ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਜੇ y ਮੰਨ ਲਿਆ ਕਿ ਇਹਦੇ ਨਾਲ ਕੋਈ ਲਿੰਕ ਹੈ ਲਿੰਕ ਤਾਂ ਲੱਗ ਨਹੀਂ ਰਿਹਾ ਆਪਾਂ ਨੂੰ ਜਿਵੇਂ ਆਹ ਐਗਜ਼ਾਮਪਲ ਲਈ ਆ ਇਹਦਾ ਕੋਈ ਲਿੰਕ ਲੱਗ ਰਿਹਾ ਕਿ ਆਪਾਂ ਤਾਂ ਇਮੇਜਸ ਦੱਸਣੀਆਂ ਕਿ ਇਹਦੀਆਂ ਇਮੇਜਾਂ ਆਪਾਂ ਕਿੱਦਾਂ ਸਪੋਜ਼ ਕੀਤੀਆਂ ਨੇ ਮੰਨ ਲਓ ਤੇ ਮੈਂ ਇੱਕ ਐਗਜ਼ਾਮਪਲ ਹੋ ਲੈ ਰਿਹਾ ਸਮਝਾਉਣ ਵਾਸਤੇ ਇਹ 1 2 3 ਆ ਇਹ 2 4 6 ਆ ਇਹਦਾ ਜੋੜਤਾ ਜੀ ਇਹਦੀ ਇਮੇਜਾਂ ਕਿੱਦਾਂ ਲਈਆਂ ਇਹਦੀ ਇਮੇਜਸ ਮੈਂ ਲਈਆਂ ਹੈਗੀਆਂ ਨੇ ਇਦਾਂ ਕਰਕੇ ਕਿ ਦੁੱਗਣਾ ਕਰ ਦੋ 2 ਨਾਲ ਮਲਟੀਪਲਾਈ ਕਰ ਦੋ 1 ਨੂੰ 2 2 ਦਾ 4 3 ਦਾ 6 ਇਹ ਲੱਗ ਗਿਆ ਪਤਾ ਜੇ ਮੈਂ ਤੁਹਾਨੂੰ ਇਦਾਂ ਕਹਾਂ ਕਿ ਤੁਹਾਨੂੰ a ਪਤਾ ਚਲੋ b ਪਤਾ ਇਹਦੀ ਇਮੇਜਸ ਤੁਸੀਂ ਬਣਾਓ fx equals to y ਇਹ ਇਮੇਜਸ ਬਣਾਓ ਇਹਦੀਆਂ ਕੁਝ ਸਮਝ ਆ ਰਿਹਾ ਕਿ ਇਮੇਜਸ ਕਿੱਦਾਂ ਬਣਨਗੀਆਂ ਇਤਨਾ ਸਮਝ ਆ ਰਿਹਾ ਆਪਾਂ ਨੂੰ fx equal 2x ਇਮੇਜਸ ਕੀ ਬਣਨਗੀਆਂ ਕਿ 1 ਨੂੰ 2 ਨਾਲ ਜੋੜਨਾ 2 ਭਰਾਂਗੇ 4 ਆ ਜਾਏਗਾ 4 ਨਾਲ ਜੋੜਾਂਗੇ 3 6 ਇਹ ਇਮੇਜਸ ਕਿੱਦਾਂ ਬਣਨਗੀਆਂ ਜੇ ਗੱਲ ਸਮਝ ਆ ਰਹੀ ਹੋਵੇ ਤਾਂ ਆਪ ਹੀ ਕਨਫਿਊਜ਼ ਹੋ ਜਾ ਰਿਹਾ ਕੁਝ ਕਲੀਅਰ ਤਾਂ ਹੋ ਨਹੀਂ ਰਿਹਾ ਵੇਰੀਏਬਲ ਤਾਂ ਅਲੱਗ-ਅਲੱਗ ਨੇ ਵੇਰੀਏਬਲ ਤਾਂ ਅਲੱਗ-ਅਲੱਗ ਨੇ ਨਾ ਆਪਾਂ ਨੂੰ ਪਤਾ ਲੱਗ ਨਹੀਂ ਰਿਹਾ ਕਿ x ਦੀ ਇਮੇਜ y ਮੈਂ ਹੁਣ 1 ਭਰਤਾ 1 ਨੂੰ ਕਿੰਨਾ ਜੋੜਾਂ ਲੱਗ ਨਹੀਂ ਰਿਹਾ ਪਤਾ ਜੀ ਤਾਂ ਇਹ ਇਮੇਜਸ ਸਹੀ ਨਹੀਂ ਹੈਗੀਆਂ ਮਤਲਬ ਇਹ ਪਹਿਲੀ ਫੰਕਸ਼ਨ ਗਲਤ ਮੰਨ ਲਿਆ ਆਪਾਂ ਨੇ ਇਮੇਜਸ ਤਾਂ ਪ੍ਰੋਪਰ ਕਲੀਅਰ ਨਹੀਂ ਹੋ ਰਹੀਆਂ ਆਪਾਂ ਇੱਥੇ ਹੁਣ ਇਹੀ ਗੱਲ ਕਰ ਰਹੇ ਹਾਂ ਕਿ y ਮਤਲਬ ਕੀ ਗੱਲ ਇਹ ਆ ਓਵਰਆਲ ਕਿ ਇਮੇਜਸ ਤਾਂ ਲੱਗੂ ਜੇ ਇਹ ਇਮੇਜਸ ਇਹਦੇ ਉੱਪਰ ਡਿਪੈਂਡ ਕਰਦੀਆਂ ਹੋਣ ਜਿਹੜਾ ਆਪਾਂ ਫੰਕਸ਼ਨ ਮੰਨਣਾ ਉਹਦੇ ਅਕੋਰਡਿੰਗ ਗੱਲ ਕਰ ਰਹੇ ਹੈਗਾ ਤਾਂ ਮਤਲਬ ਕਿ ਆਪਾਂ ਇਹਨਾਂ 'ਚ ਇੱਕ ਵੇਰੀਏਬਲ ਘੱਟੋ ਘੱਟ ਸੇਮ ਰੱਖਣਾ ਹੁੰਦਾ ਘੱਟੋ ਘੱਟ ਇੱਕ ਵੇਰੀਏਬਲ
ਇੱਕ ਚੀਜ਼ ਆਪਾਂ ਸੇਮ ਰੱਖਣੀ ਤੇ ਲੱਗ ਜੇ ਪਤਾ ਕਿ ਇਹ ਚੀਜ਼ ਇਹਦੇ ਉੱਪਰ ਡਿਪੈਂਡ ਕਰ ਰਹੀ ਹੈ। ਸੋ ਦੇਖੋ ਧਿਆਨ ਨਾਲ ਫਿਰ ਹੁਣ ਇਹਦੇ ਵਿੱਚ ਇਹੀ ਗੱਲ ਇੰਪੋਰਟੈਂਟ ਆ ਕਿ ਇਹ ਆਪਾਂ ਇਹਦੇ 'ਚ ਵੇਰੀਏਬਲ ਇੱਕ ਸੇਮ ਕਿਵੇਂ ਕਰਾਂਗੇ। ਮਤਲਬ ਮੰਨ ਲਓ ਜੇ ਇਹ 'ਚ ਆਪਾਂ x ਮੰਨਿਆ ਤਾਂ ਇਹਦੇ 'ਚ ਆਪਾਂ x ਕਿਵੇਂ ਲੈ ਕੇ ਆਵਾਂਗੇ। ਇਹਦਾ ਕੋਈ ਲਿੰਕ ਹੀ ਨਹੀਂ ਹੈਗਾ। ਲਿੰਕ ਕਿਉਂ ਨਹੀਂ ਹੈਗਾ? ਕਿਉਂਕਿ ਇਹ ਤਾਂ x ਦਾ g ਵਿੱਚ ਆ ਤੇ ਮੰਨਣਾ ਆਪਾਂ g ਡੈਸ਼ 'ਚ ਆ। ਹੁਣ g ਤੇ g ਡੈਸ਼ ਦਾ ਲਿੰਕ ਕਿੱਦਾਂ ਬਣਾਵਾਂਗੇ ਆਪਾਂ? ਉਹ ਦੇਖੋ ਲਿੰਕ ਬਣਾਉਣ ਵਾਸਤੇ ਉਹਨਾਂ ਨੇ ਗਿਵਨ ਦਿੱਤਾ ਹੋਇਆ ਹੈਗਾ, ਆਹ ਪੜ੍ਹਨਾ ਹੁਣ ਧਿਆਨ ਨਾਲ ਕਿ f ਜੋ ਹੈ g ਤੋਂ g ਡੈਸ਼ ਜਾ ਰਹੀ ਹੈ ਹੋਮੋਮੋਰਫਿਜ਼ਮ। ਜੇ ਹੋਮੋਮੋਰਫਿਜ਼ਮ ਹੈਗੀ ਇਹ ਪਹਿਲੀ ਗੱਲ, ਇਹ ਔਨ ਟੂ ਵੀ ਦਿੱਤਾ ਹੋਇਆ ਆਪਾਂ ਨੂੰ। ਹੁਣ ਔਨ ਟੂ ਦਾ ਮਤਲਬ ਕੀ ਹੁੰਦਾ? ਜਿੰਨੀਆਂ ਵੀ ਇਮੇਜਿਸ ਲਵਾਂਗੇ ਇਹਦੇ, ਜਿੰਨੇ ਵੀ ਐਲੀਮੈਂਟ ਜੀ ਡੈਸ਼ ਦੇ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਸਾਰਿਆਂ ਦੀ ਪ੍ਰੀ ਇਮੇਜ ਕੱਢਾਂਗੇ, ਉਹ ਪੱਕਾ ਜੀ ਚ ਆਊਗੀ। ਉਹ ਪੱਕਾ ਜੀ ਚ ਆਊਗੀ ਜੀ। ਇੱਥੋਂ ਕਲੀਅਰ ਔਨ ਟੂ ਵਾਸਤੇ ਤਾਂ ਫਿਰ ਆਪਾਂ ਇੱਥੇ ਜਿਹੜਾ ਮੈਂ ਪਾਰਟ ਛੁਡਵਾਇਆ ਸੀਗਾ ਇੱਥੇ ਲਿਖਣਾ ਇਸ ਤੋਂ ਬਾਅਦ ਸਿੰਸ ਦਿੱਤਾ ਹੋਇਆ ਆਪਾਂ ਨੂੰ f from g to g dash is on to। on to ਦਾ ਮਤਲਬ ਕੀ ਹੋ ਗਿਆ? therefore there exist, ਜੇ ਇਦਾਂ ਕਹਿ ਲਵੋ therefore fx equals to y for all y belongs to g dash, कुछ पाई लो पूरा, there exist x belongs to g such that इतना पा लो चलो पूरा। जे on to है ਤਾਂ g dash ਦੇ ਹਰੇਕ ਐਲੀਮੈਂਟ ਦੀ ਪ੍ਰੀ ਇਮੇਜ ਜੋ ਹੈਗੀ ਆ ਉਹ g ਚ ਆਊਗੀ, ਉਹ g ਵਿੱਚ ਆਊਗੀ। ਮੈਥੋਂ ਬੜੀ ਇੰਪੋਰਟੈਂਟ ਗੱਲ ਬਣਾਉਣੀ ਆ, ਉਹ ਕਿਵੇਂ? ਇੱਥੋਂ ਦੇਖੋ ਬਸ ਆਹ ਚੀਜ਼ ਕਿ g dash ਦੇ ਹਰੇਕ ਐਲੀਮੈਂਟ ਨੂੰ f ਦੀ ਫਾਰਮ 'ਚ ਲਿਖ ਸਕਦੇ ਹਾਂ, ਫੰਕਸ਼ਨ ਆਫ ਦੀ ਫਾਰਮ 'ਚ ਲਿਖ ਸਕਦੇ ਹਾਂ। ਇਦਾਂ ਕਿਉਂ ਲਿਖ ਸਕਦੇ? ਬਿਕੋਜ਼ ਇਹਦਾ ਮਤਲਬ ਹੁੰਦਾ ਜੇ ਮਤਲਬ ਆਪਾਂ ਇਦਾਂ ਕਹਿ ਲਵੋ ਕਿ y1 ਇਕੁਅਲ ਟੂ fx1 ਦੀ ਫਾਰਮ 'ਚ ਲਿਖਤਾ, ਇਹਦਾ ਮਤਲਬ ਕੀ ਹੁੰਦਾ ਕਿ y1 ਦੀ ਪ੍ਰੀ ਇਮੇਜ x1 ਆ ਰਹੀ ਹੈ। ਹਰੇਕ ਦੀ ਪ੍ਰੀ ਇਮੇਜ ਆਊਗੀ। ਜੇ ਹਰੇਕ ਦੀ ਪ੍ਰੀ ਇਮੇਜ ਆਊਗੀ ਪ੍ਰੀ ਇਮੇਜ ਦੱਸਦਾ ਹੁੰਦਾ। ਜੇ ਆਪਾਂ ਇਦਾਂ ਵੀ ਕਹਿ ਸਕਦੇ ਜੇ ਹਰੇਕ ਦੀ ਪ੍ਰੀ ਇਮੇਜ ਆਊਗੀ ਕਿਉਂਕਿ ਔਨ ਟੂ ਆ, ਤਾਂ ਮਤਲਬ ਬਣ ਗਿਆ ਕਿ g ਡੈਸ਼ ਦੇ ਹਰੇਕ ਐਲੀਮੈਂਟ ਨੂੰ f ਆਫ ਦੀ ਫਾਰਮ 'ਚ ਆਪਾਂ ਲਿਖ ਸਕਦੇ ਹਾਂ। ਇਹ ਆਪਾਂ ਹੁਣ ਲਿਖਿਆ ਹੀ ਆ। ਮਤਲਬ ਆਹ ਦੇਖ ਲਓ, ਉਹੀ ਇਹ ਸਮਝਣ ਵਾਲਾ ਕੰਮ ਕਾਫੀ ਆ। ਜਿਵੇਂ ਆਹ ਆਪਣੇ ਕੋਲ ਔਨ ਟੂ ਆ, ਇਹ ਜੀ ਡੈਸ਼ ਮੰਨ ਲਓ, ਚਲੋ ਇਹ ਜੀ ਹੈ, ਸਾਰਿਆਂ ਦੀ ਪ੍ਰੀ ਇਮੇਜ ਨਿਕਲ ਰਹੀ ਹੈ, ਤਾਂ ਇਹਨੂੰ ਵੀ ਹਰੇਕ ਐਲੀਮੈਂਟ ਨੂੰ f ਦੀ ਫਾਰਮ 'ਚ ਲਿਖ ਸਕਦੇ। ਇਹਦੀ ਪ੍ਰੀ ਇਮੇਜ ਹੈਗੀ ਆ, ਇਹਦੀ ਪ੍ਰੀ ਇਮੇਜ ਹੈਗੀ ਆ, ਇਹਦੀ ਪ੍ਰੀ ਇਮੇਜ ਹੈਗੀ ਆ, ਸਾਰਿਆਂ ਨੂੰ ਆਪਾਂ f ਦੀ ਫਾਰਮ 'ਚ ਲਿਖ ਸਕਦੇ ਹਾਂ। ਮਤਲਬ ਫਿਰ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ g ਡੈਸ਼ ਵਿੱਚ ਸਾਰੇ ਐਲੀਮੈਂਟ ਜੋ ਹੋਣਗੇ ਉਹ f ਆਫ x ਦੀ ਫਾਰਮ ਦੇ ਹੋਣਗੇ। ਦੇਖੋ ਆਪਾਂ ਲਿੰਕ ਬਣਾ ਰਹੇ ਹਾਂ, x ਕਾਮਾ ਸੇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ g ਡੈਸ਼ ਔਨ ਟੂ ਆ। ਜੇ ਔਨ ਟੂ ਨਾ ਹੁੰਦਾ ਫਿਰ ਇਹ ਗੱਲ ਗਲਤ ਸੀਗੀ। ਆਹ ਦੇਖੋ ਔਨ ਟੂ ਨਹੀਂ ਹੈਗਾ ਇਹ, ਫਿਰ ਆਪਾਂ ਹੁਣ ਇਹ ਨਹੀਂ ਕਹਿ ਸਕਦੇ, ਪੱਕਾ ਨਹੀਂ ਕਹਿ ਸਕਦੇ ਇਸ ਕੇਸ 'ਚ ਕਿ g ਡੈਸ਼ ਦੇ ਸਾਰੇ ਐਲੀਮੈਂਟ ਆਪਾਂ f ਆਫ x ਦੀ ਫਾਰਮ 'ਚ ਲਿਖ ਸਕਦੇ ਹਾਂ, ਬਿਕੋਜ਼ ਇਹ ਐਲੀਮੈਂਟ ਨੂੰ ਆਪਾਂ f ਆਫ x ਦੀ ਫਾਰਮ 'ਚ ਨਹੀਂ ਲਿਖ ਸਕਦੇ। ਤਾਂ ਇਹ ਗੱਲ ਬਣ ਗਈ ਆਪਣੇ ਕੋਲ, ਜੇ ਔਨ ਟੂ ਹੈਗਾ ਆਪਣੇ ਕੋਲ ਤਾਂ g ਡੈਸ਼ ਦੇ ਸਾਰੇ ਐਲੀਮੈਂਟਸ ਨੂੰ ਆਪਾਂ f ਆਫ x ਦੀ ਫਾਰਮ 'ਚ ਲਿਖ ਸਕਦੇ ਹਾਂ। ਜਿਹੜਾ x ਹੋਊਗਾ ਕਿਹਦੇ ਵਿੱਚ ਹੋਊਗਾ? g 'ਚ ਹੋਊਗਾ ਪੱਕਾ। ਤਾਂ ਇਹ ਗੱਲ ਇੰਪੋਰਟੈਂਟ ਆ। ਦੇਖੋ ਹੁਣ ਤਾਂ ਠੀਕ ਲੱਗਦਾ ਕੰਮ, ਕਿਉਂਕਿ g ਡੈਸ਼ ਦੇ ਹਰੇਕ ਐਲੀਮੈਂਟ ਆਪਾਂ f ਆਫ x ਦੀ ਫਾਰਮ 'ਚ ਲਿਖ ਸਕਦੇ ਹਾਂ। x ਪੱਕਾ ਕਿਹਦੇ ਵਿੱਚ ਹੋਊਗਾ? g 'ਚ ਹੋਊਗਾ। ਇਹ ਵੀ x ਪੱਕਾ ਕਿਹ 'ਚ ਹੋਊਗਾ? g 'ਚ ਹੋਊਗਾ। ਇਦਾਂ ਇਹਦੀ ਪ੍ਰੀ ਇਮੇਜ ਆਪਾਂ ਜਾਂ ਇਹਦੀ ਇਮੇਜ ਆਪਾਂ ਲਈਏ, ਮਤਲਬ ਫੰਕਸ਼ਨ ਕਿੱਦਾਂ ਡਿਫਾਈਨ ਕੀਤਾ ਆਪਾਂ ਨੇ ਕਿ ਇਹਦੀ ਇਮੇਜ ਅੰਡਰ ਫਾਈ ਇਹ hx ਦੇ ਤੌਰ ਤੇ, ਵੇਅਰ x ਕੀ ਚ ਮੰਨਿਆ ਆਪਾਂ ਨੇ ਜੀ ਚ। ਇਹ ਗੱਲ ਇਹਦੇ ਚ ਇੰਪੋਰਟੈਂਟ। ਦੇਖੋ x ਸੇਮ ਬਣ ਗਿਆ, ਅਸੀਂ ਸੇਮ ਬਣਾਉਣਾ, ਬਾਕੀ ਕੰਮ ਸਾਰਾ ਸੌਖਾ ਜੀ। ਅੱਗੇ ਜੇ ਗੱਲ ਸਮਝ ਆ ਗਈ ਬਾਕੀ ਕਰਦੇ ਹਾਂ।
टाइम काफ़ी हो जाता जी, फिर कंप्लीट करनी है सिर्फ अपन बस। हुण इहनूं आपां ने पहलां हुणे फंक्शन आपां मान तां लिया, की पता गलत मन्निया होवे। गलत दा मतलब की हैगा, की पता एक दियां दो इमेजां बनदियां होण। ਉਹ फिर फंक्शन वैल डिफाइंड किवें करना हुंदा, पहलां भी करदे आ रहे हैं जी, उदां करांगे आपां। ਵੈਲ ਡਿਫਾਈਂਡ ਪ੍ਰੂਵ ਕਰ ਰਿਹਾ। ਵੈਲ ਡਿਫਾਈਂਡ ਕਿਵੇਂ ਸੀ ਯਾਦ ਹੋਵੇ, x1 ਇਕੁਅਲ ਟੂ x2 ਐਲੀਮੈਂਟ ਇੱਕੋ ਹੋਵੇ, ਉਹਨਾਂ ਦੀ ਇਮੇਜ ਵੀ ਯੂਨੀਕ ਆਵੇ, ਫਿਰ ਆਪਾਂ ਕਹਾਂਗੇ ਕਿ ਫੰਕਸ਼ਨ ਆਪਾਂ ਸਹੀ ਮੰਨੇ ਹੈਗੇ। ਸੋ ਲੈਟ ਕਰ ਲਿਆ ਆਪਾਂ ਨੇ, ਲੈਟ x1 ਇਕੁਅਲ ਟੂ x2, ਧਿਆਨ ਰੱਖਣਾ ਜੀ, ਇਹ x1 ਇਹ ਐਲੀਮੈਂਟ ਆ ਸਰ, ਲੈਟ ਕਰ ਲਿਆ ਇਕੁਅਲ ਟੂ x2। ਹੁਣ ਇਹ ਕੰਮ ਸਮਝ ਕੇ ਚੱਲੂਗਾ ਕਿ ਜਿਹੜੇ ਬੱਚੇ ਹੁਣ ਆਹੀ ਰੱਟਾ ਮਾਰਨਗੇ ਕਨਫਿਊਜ਼ ਹੋ ਜਾਣਗੇ। ਉਹਦੇ ਵਿੱਚ ਕਨਫਿਊਜ਼ ਕਿਵੇਂ ਹੋਣਗੇ ਕਿ ਉਹ ਕਹਿਣਗੇ ਕਿ ਆਹ ਚੀਜ਼ ਤਾਂ ਪ੍ਰੂਵ ਕਰਨੀ ਹੈ, ਇਹ ਤਾਂ ਪਹਿਲੀ ਮੰਨ ਲਈ ਆਪਾਂ ਨੇ, ਇਦਾਂ ਨਹੀਂ ਕੀਤਾ ਜੀ। ਵੈਲ ਡਿਫਾਈਂਡ ਆਪਾਂ ਫਾਈ ਨੂੰ ਕਰਨਾ, ਤਾਂ ਜੋ ਵੀ ਅੰਦਰ ਆ ਗਿਆ, ਜਿਵੇਂ ਇਹਦੇ ਵਿੱਚ ਆਪਾਂ ਵੈਲ ਡਿਫਾਈਂਡ ਕਿਹਨੂੰ ਕਰਨਾ ਹੁੰਦਾ, ਐਫ ਨੂੰ ਕਰਨਾ, ਤਾਂ ਜੋ ਵੀ ਇਹਦੇ ਵਿੱਚ ਆ ਗਿਆ ਉਹਨੂੰ x1 ਮੰਨਣਾ, x1 ਇਕੁਅਲ ਟੂ x2 ਲੈ ਕੇ ਉੱਥੋਂ fx1 ਇਕੁਅਲ ਟੂ fx2 ਕਰ ਦਿੰਦੇ ਹਾਂ। ਜੋ ਵੀ ਅੰਦਰ ਆ ਗਿਆ ਇਹ ਦੋ ਵਾਰੀ ਮੰਨਣੀ ਹੈ, ਇੱਕ ਫਿਰ ਮੈਂ fx1 ਮੰਨ ਲਿਆ, ਦੂਜਾ ਕੀ ਮੰਨ ਲਿਆ fx2, ਤੇ ਕੀ ਸ਼ੋ ਕਰਾਂਗੇ ਕਿ ਜੋ ਫਾਈ ਆਫ fx1 ਹੈ ਇਹ ਫਾਈ ਆਫ fx2 ਹੋ ਗਿਆ, ਤਾਂ ਆਪਾਂ ਕਹਾਂਗੇ ਫੰਕਸ਼ਨ ਕੀ ਹੋ ਗਿਆ ਆਪਣੇ ਕੋਲ, ਵੈਲ ਡਿਫਾਈਂਡ। ਇੱਥੇ ਪਹੁੰਚਣਾ ਆਪਾਂ ਨੇ, ਮਤਲਬ ਇਹ ਕਿਹਦੇ ਬਰਾਬਰ ਹੋਊਗਾ, hx1, ਇਹ ਕਿਹਦੇ ਬਰਾਬਰ ਹੋਊਗਾ, hx2। ਇੱਥੇ ਪਹੁੰਚਣਾ ਜੀ ਆਪਾਂ ਨੇ, ਇੱਥੋਂ ਆਪਾਂ ਵੈਲ ਡਿਫਾਈਂਡ ਕਹਿ ਸਕਦੇ ਹਾਂ। ਸੋ ਦੇਖੋ ਆ ਦਿੱਤਾ ਹੋਇਆ ਆਪਾਂ ਨੂੰ, ਇੱਕ ਹੋਰ ਨਾਲ ਗਿਵਨ ਸੀ ਆਪਾਂ ਨੂੰ, ਜੋ h ਸੀਗਾ ਜੀ ਇਹ ਕਰਨਲ f ਦੇ ਬਰਾਬਰ, ਇਹ ਕਰਨਲ ਆਫ f ਦੇ ਬਰਾਬਰ ਹੈ ਜੀ, ਜਿਹੜਾ ਆਪਾਂ ਨੂੰ h ਦਿੱਤਾ ਹੋਇਆ ਜੀ। ਹੁਣ ਇਹ ਗੱਲ ਸਮਝ ਕੇ ਚਲਾਉਣੀ ਹੈ ਸਾਰੀ, ਮੈਂ ਥੋੜਾ ਜਿਹਾ ਰਫ ਵਰਕ ਕਰਾਂਗੇ, ਆਪਾਂ ਨੂੰ ਆਈਡੀਆ ਹੋ ਜਾਏ ਆਪਾਂ ਪਹੁੰਚਣਾ ਕਿੱਥੇ ਹੈ ਜੀ। ਆਪਾਂ ਇੱਥੋਂ ਆ ਸਟੈਪ ਤੇ ਪਹੁੰਚਣਾ ਆਪਾਂ ਨੇ, ਇਹ ਧਿਆਨ ਚ ਹੋਵੇ h ਇਕੁਅਲ h ਵੀ ਤਾਂ ਹੋਊਗਾ ਜੇ x1 x2 ਦਾ ਇਨਵਰਸ h ਚ ਆਊਗਾ, h ਇਕੁਅਲ h ਵੀ ਤਾਂ ਹੁੰਦਾ ਜੇ a b ਇਨਵਰਸ h ਚ ਆਵੇ। ਜੇ ਆਹ ਚੀਜ਼ ਹੋ ਗਈ ਫਿਰ ਇੱਥੇ ਪਹੁੰਚ ਜਾਏ, ਇਹ ਕਿਹਦੇ ਬਰਾਬਰ, ਇਹ ਕਰਨਲ f ਆ, ਮਤਲਬ x1 ਇੰਟੂ x2 ਦਾ ਇਨਵਰਸ ਆਪਾਂ ਨੇ ਕਰਨਲ f ਚ ਲੈ ਕੇ ਆਉਣਾ। ਹੁਣ ਦੇਖੋ ਲੈ ਕੇ ਕਿਵੇਂ ਆਉਣਾ, ਇੱਥੋਂ ਆਈਡੀਆ ਹੋ ਗਿਆ ਇਨਵਰਸ ਦੀ ਗੱਲ ਕਰ ਰਹੇ ਜੀ, ਇੱਥੋਂ ਆਪਾਂ ਨੂੰ ਆਈਡੀਆ ਹੋ ਗਿਆ ਇਨਵਰਸ ਦੀ ਗੱਲ ਕਰ ਰਹੇ, ਤਾਂ ਦੋਨੇ ਪਾਸੇ ਕੀ ਕੀਤਾ ਆਪਾਂ ਨੇ, fx2 ਦੇ ਇਨਵਰਸ ਨਾਲ ਦੋਨੇ ਪਾਸੇ ਪੋਸਟ ਮਲਟੀਪਲਾਈ ਕਰਤਾ ਜੀ। ਕਿਸੇ ਐਲੀਮੈਂਟ ਉਹਦੇ ਇਨਵਰਸ ਨਾਲ ਮਲਟੀਪਲਾਈ ਕਰਾਂਗੇ ਤਾਂ ਆਇਡੈਂਟੀਟੀ ਬਣੂਗਾ। ਇਹ ਐਲੀਮੈਂਟ ਕਿਹਦੇ ਵਿੱਚ ਆ ਜੀ, fx2 g ਡੈਸ਼ ਚ, ਤਾਂ ਆਇਡੈਂਟੀਟੀ ਆਪਾਂ e ਡੈਸ਼ ਮੰਨ ਲੈਣੇ ਵੈਸੇ, where e dash is identity in g dash। ਇੱਥੋਂ ਕੀ ਆ ਗਿਆ, ਹੁਣ ਜਿਹਨਾਂ ਨੂੰ ਪਤਾ ਹੋਵੇ ਇਹ ਹੋਮੋਮੋਰਫਿਜ਼ਮ ਹੈ f ਦਿੱਤਾ ਹੋਇਆ। ਹੋਮੋਮੋਰਫਿਜ਼ਮ ਚ ਕੀ ਹੁੰਦਾ, ਪਹਿਲਾਂ ਇਮੇਜ ਕੱਢ ਕੇ ਫਿਰ ਇਨਵਰਸ ਕਰ ਲਵੋ, ਚਾਹੇ ਪਹਿਲਾਂ ਇਨਵਰਸ ਕਰਕੇ ਫਿਰ ਇਮੇਜ ਕੱਢ ਲਓ, ਆਂਸਰ ਬਰਾਬਰ ਹੁੰਦਾ, ਬਿਕੋਜ਼ f ਹੋਮੋਮੋਰਫਿਜ਼ਮ, ਬਿਕੋਜ਼ f ਇਜ਼ ਹੋਮੋਮੋਰਫਿਜ਼ਮ, ਇਹ ਦਿੱਤੀ ਹੈ ਕਿ ਹੋਮੋਮੋਰਫਿਜ਼ਮ। ਇੱਥੋਂ ਕੀ ਹੋ ਗਿਆ, f ਆਫ, ਇਹ ਵੀ ਕਰ ਸਕਦੇ ਹਾਂ ਆਪਾਂ, ਇਹ ਹੋਮੋਮੋਰਫਿਜ਼ਮ ਹੈ ਜੀ, ਸੇਮ ਰੀਜ਼ਨ ਪਾ ਲੈਣੇ ਆਪਾਂ, ਬਿਕੋਜ਼ f ਇਜ਼ ਹੋਮੋਮੋਰਫਿਜ਼ਮ। f of a f of b ਪੱਕਾ f of a ਵੀ ਬਰਾਬਰ ਹੁੰਦਾ। ਜਿੰਨਾ ਐਲੀਮੈਂਟਸ ਦੀ ਇਮੇਜ ਆਇਡੈਂਟੀਟੀ ਆ ਜਾਵੇ ਉਹ ਕਿਹਦੇ ਵਿੱਚ ਆਉਣਗੇ, ਉਹ ਆਉਣਗੇ ਜੀ ਐਲੀਮੈਂਟਸ
ਕਰਨਲ ਆਫ ਐਫ ਚ, ਇੱਥੋਂ ਲੱਗ ਗਿਆ ਕਿ ਕਰਨਲ ਆਫ ਐਫ ਦੇ ਵਿੱਚ ਆਊਗਾ ਐਲੀਮੈਂਟ, ਕਿਉਂਕਿ ਇਹਦੀ ਜੋ ਇਮੇਜ ਹੈ ਅੰਡਰ ਐਫ ਉਹ ਆਇਡੈਂਟਿਟੀ ਬਣ ਗਈ। ਜਿੰਨਾ ਇਮੇਜ ਆਇਡੈਂਟਿਟੀ ਬਣ ਜਾਓ ਕਰਨਲ ਐਫ ਦੇ ਵਿੱਚ ਆਉਣਗੇ। ਇਹ ਕੀ ਬਣ ਗਿਆ ਆਪਣੇ ਕੋਲ ਐਚ, ਇਹ ਐਚ ਦੇ ਬਰਾਬਰ ਦਿੱਤਾ ਹੋਇਆ। ਇੱਥੋਂ ਕੀ ਸ਼ੋ ਹੋ ਗਿਆ x1 x2 ਇਨਵਰਸ ਬਿਲੋਂਗਸ ਟੂ h, ਤੇ ਇੱਥੋਂ ਕੀ ਸ਼ੋ ਹੋ ਗਿਆ ਦਿਸ ਇੰਪਲਾਈਜ਼ hx1 ਇਕੁਅਲ ਟੂ hx2। ਆਹ ਨਾਲ ਸਟੇਟਮੈਂਟ ਆ ਜਾਏਗੀ, ਇਹ ਪ੍ਰੂਵ ਕੀਤਾ ਆਪਾਂ ਨੇ। ਤੇ ਇਹਦੇ ਬਰਾਬਰ ਦਿਸ ਇੰਪਲਾਈਜ਼ phi of fx1 phi of fx2। ਉਹ ਸਾਰਾ ਉਹੀ ਹੋ ਗਿਆ। देयरफॉर फंक्शन ਕੀ ਹੋ ਗਿਆ ਆਪਣੇ ਕੋਲ, देयरफॉर phi is well defined। ਇਹ ਆਪਾਂ ਸਹੀ ਡਿਫਾਈਨ ਕੀਤਾ ਹੋਇਆ, ਗਲਤ ਨਹੀਂ ਹੈਗਾ। ਹੁਣ ਸਿਰਫ ਆਪਾਂ ਨੇ ਇਹਨੂੰ ਹੋਮੋਮੋਰਫਿਜ਼ਮ ਸ਼ੋ ਕਰਨਾ, 1 1 ਸ਼ੋ ਕਰਨਾ ਔਨ ਟੂ। ਜੇ ਇਹ ਫੰਕਸ਼ਨ ਆਪਣੇ ਕੋਲ ਹੋਮੋਮੋਰਫਿਜ਼ਮ ਹੋਵੇ, 1 1 ਹੋਵੇ ਅਤੇ ਔਨ ਟੂ ਹੋਵੇ ਤਾਂ ਦੋਨੇ ਗਰੁੱਪਾਂ ਨੂੰ ਕਹਾਂਗੇ ਕਿ ਦੋਨੇ ਆਈਸੋਮੋਰਫਿਕ ਨੇ। ਬਸ ਹੁਣ ਇਹ ਕੰਮ ਰਹਿ ਗਿਆ ਆਪਣਾ। ਸੋ ਧਿਆਨ ਦਿਓ, ਪਹਿਲਾਂ ਆਪਾਂ ਹੁਣ ਇਹਦੇ ਵਿੱਚ ਹੋਮੋਮੋਰਫਿਜ਼ਮ ਕਰ ਰਹੇ ਹੈਗੇ, ਇਹਨੂੰ ਹੋਮੋਮੋਰਫਿਜ਼ਮ ਸ਼ੋ ਕਰ ਰਹੇ ਹਾਂ। ਇਹ ਮੈਂ ਮਟੇ ਨਹੀਂ ਰਿਹਾ ਜੀ। ਹੋਮੋਮੋਰਫਿਜ਼ਮ ਤੋਂ ਪਹਿਲਾਂ, ਹੋਮੋਮੋਰਫਿਜ਼ਮ ਸ਼ੋ ਕਰਨ ਤੋਂ ਪਹਿਲਾਂ ਇਹਨੂੰ ਆਪਾਂ 1 1 ਸ਼ੋ ਕਰਦੇ। ਇੱਕ ਨਵੀਂ ਚੀਜ਼ ਦੱਸਣੀ ਇਹਦੇ ਵਿੱਚ ਜੀ। 1 1 ਕੀ ਹੁੰਦਾ ਹੈਗਾ, ਪਹਿਲਾਂ ਆਹ ਮੰਨਣਾ ਜੀ ਆਪਣੇ, ਇਹਨੂੰ 1 1 ਸ਼ੋ ਕਰਨਾ phi x1 ਇਕੁਅਲ ਟੂ phi x2। ਪਹਿਲਾਂ ਆਹ ਚੀਜ਼ ਸਪੋਜ਼ ਕਰਨੀ ਹੈ phi of x1 equal to phi x2, ਇਹ ਮੰਨ ਕੇ ਇੱਥੋਂ ਸ਼ੋ ਕਰਨਾ x1 equal to x2, ਮਤਲਬ ਇਹ ਮੰਨ ਕੇ ਆਹ ਬਰਾਬਰ ਸ਼ੋ ਕਰਨੇ ਨੇ। ਫਿਰ ਫੰਕਸ਼ਨ ਕੀ ਬਣ ਜਾਏਗਾ 1 1। ਇਹ ਥਿਊਰਮ ਪਹਿਲਾਂ ਵੀ ਕੀਤੀਆਂ ਸੀ ਆਪਾਂ, ਜੇ 1 1 ਕੋਰਸਪੋਂਡੈਂਸ ਸੀਗਾ। ਜਿਹੜਾ ਮੈਂ ਕੰਸੈਪਟ ਦੱਸਣ ਲੱਗਿਆ ਉਹ 'ਚ ਵੀ ਲਾ ਸਕਦੇ ਪਿੱਛੇ ਵੀ। ਤਾਂ 1 1 ਅਲੱਗ ਸ਼ੋ ਕਰਨ ਦੀ ਲੋੜ ਨਹੀਂ ਹੈਗੀ, ਇਹਦੇ ਵਿੱਚੋਂ ਹੀ ਸ਼ੋ ਹੋਊਗਾ। ਜਦੋਂ ਕਿਵੇਂ ਆਹ ਬ੍ਰੈਕਟ ਪਾਤੀ ਆਪਾਂ ਇੱਧਰਲੇ ਪਾਸੇ, ਜਾ ਸਕਦੇ ਆਪਾਂ ਇੱਧਰਲੇ ਪਾਸੇ। ਇਹ ਬ੍ਰੈਕਟਾਂ ਨਾਲ ਬੜਾ ਮੀਨਿੰਗ ਹੁੰਦਾ ਜੀ। ਇਹ ਜਿਹੜਾ ਐਰੋ ਪਾਉਂਦੇ ਆ ਨਾ, ਇਹਦਾ ਬਹੁਤ ਮੀਨਿੰਗ ਹੁੰਦਾ। ਜਿਹੜੇ ਆਪਾਂ ਐਰੋ ਪਾਈਆਂ ਨੇ ਕਿ ਇੱਧਰ ਜਾ ਸਕਦੇ ਹਾਂ। ਹਾਂਜੀ, ਕਿਉਂ ਜਾ ਸਕਦੇ ਹੈਗੇ? ਬਿਕੋਜ਼ ਇਹ ਤਾਂ ਇਮੇਜਿਸ ਹੀ ਕੱਢੀਆਂ ਆਪਾਂ। hx1 ਦਿੱਤਾ ਹੋਇਆ, phi of fx1 ਕਿਹਦੇ ਬਰਾਬਰ ਆਊਗਾ? hx1 ਦੇ ਬਰਾਬਰ ਆਊਗਾ। ਤੇ phi of x2 ਕਿਹਦੇ ਬਰਾਬਰ ਹੋਊਗਾ? hx2 ਦੇ ਬਰਾਬਰ ਹੋਊਗਾ। ਜਾ ਸਕਦੇ ਹਾਂ ਕਿ ਇੱਧਰ ਜਾ ਸਕਦੇ ਹਾਂ ਆਪਾਂ। ਐਰੋ ਦੇਖੋ, ਇੱਧਰ ਜਾ ਸਕਦੇ ਹਾਂ ਜੀ। ਇਹ ਥਿਊਰਮ ਇਫ ਐਂਡ ਓਨਲੀ ਹੁੰਦੀ ਹੈ। ਇੱਧਰ ਵੀ ਜਾ ਸਕਦੇ ਹਾਂ ਆਪਾਂ, ਇੱਧਰ ਵੀ ਆ ਸਕਦੇ ਹਾਂ। ਇੱਧਰ ਜਾ ਸਕਦੇ ਆਪਾਂ, ਹਾਂਜੀ ਜਾ ਸਕਦੇ ਹਾਂ। ਕਿਉਂ ਜਾ ਸਕਦੇ ਹਾਂ? ਕਿ ਬਿਕੋਜ਼ h ਜੋ ਹੈ ਉਹ ਕਰਨਲ ਐਫ ਦੇ ਬਰਾਬਰ ਆ। ਜੇ h ਵਿੱਚ ਆ ਰਿਹਾ ਤਾਂ ਕਰਨਲ ਐਫ ਦੇ ਬਰਾਬਰ ਆਊਗਾ। ਇੱਧਰੋਂ ਆਪਾਂ ਇੱਧਰ ਜਾ ਸਕਦੇ ਹਾਂ, ਇੱਧਰ ਹਾਂਜੀ। ਜੇ ਕੋਈ ਐਲੀਮੈਂਟ ਕਰਨਲ ਐਫ ਦੇ ਵਿੱਚ ਆ ਰਿਹਾ ਤਾਂ ਉਹਦੀ ਇਮੇਜ ਪੱਕਾ ਕੀ ਆਇਡੈਂਟਿਟੀ ਹੋਊਗੀ। ਇੱਧਰ ਜਾ ਸਕਦੇ ਹਾਂ, ਹਾਂਜੀ। ਹੋਮੋਮੋਰਫਿਜ਼ਮ ਆ f of a into f of b, f of a b ਹੁੰਦਾ, ਚਾਹੇ f of a b f of a into f of b ਕਰੋ। ਇੱਧਰ ਵੀ ਜਾ ਸਕਦੇ ਹਾਂ, ਫਿਰ ਇੱਧਰ ਜਾ ਸਕਦੇ ਹਾਂ ਆਪਾਂ, ਹਾਂਜੀ। ਇਹਨੂੰ ਆਪਾਂ ਇਹਦਾ ਲਿਖ ਸਕਦੇ ਹਾਂ, ਦੋਨੇ ਬਰਾਬਰ ਨੇ। ਤੇ ਇਹਨੂੰ ਲਿਖ ਸਕਦੇ ਹਾਂ ਆਪਾਂ, ਹਾਂ। ਆਇਡੈਂਟਿਟੀ ਕੀ ਹੁੰਦਾ ਜੀ? ਕਿਸੇ ਐਲੀਮੈਂਟ ਨੂੰ ਇਨਵਰਸ ਨਾਲ ਮਲਟੀਪਲਾਈ ਕਰ ਲਓ, ਆਇਡੈਂਟਿਟੀ ਬਣ ਜਾਏਗੀ, ਵੀ ਲਿਖ ਸਕਦੇ ਹਾਂ ਆਪਾਂ। ਫਿਰ ਇੱਧਰ ਜਾ ਸਕਦੇ ਹਾਂ। ਹੁਣ ਦੱਸੋ ਇਹ ਸਟੈਪ ਕਿਵੇਂ ਆਇਆ? ਇਹ ਰਾਈਟ ਕੈਂਸਲੇਸ਼ਨ ਲਾ। ਕਿ ਰਾਈਟ ਕੈਂਸਲੇਸ਼ਨ ਲਾ ਜਿਹੜਾ ਹੈਗਾ ਹੋਲਡ ਕਰੇਗਾ ਬਿਕੋਜ਼ ਇਹ ਗਰੁੱਪ ਦੇ ਐਲੀਮੈਂਟ ਨੇ। ਜੀ ਡੈਸ਼ ਗਰੁੱਪ ਆ, ਤਾਂ ਗਰੁੱਪ ਦੇ ਐਲੀਮੈਂਟ ਜੋ ਹੈਗੇ ਨੇ ਉਹ ਕੈਂਸਲ ਕਰ ਸਕਦੇ। ਤਾਂ ਇਹ ਇਦਾਂ ਨਹੀਂ ਹੈ ਕਿ ਐਰੋ ਆਪਾਂ ਫਾਲਤੂ ਪਾ ਰਹੇ ਹਾਂ। ਇਹ ਐਰੋ ਦਾ ਮੀਨਿੰਗ ਹੈ ਕਿ ਆਪਾਂ ਇੱਧਰ ਗਏ ਹਾਂ, ਪਹਿਲਾਂ ਵੀ ਗੱਲਾਂ ਕੀਤੀਆਂ ਹੋਈਆਂ ਸਾਰੀਆਂ। ਇਹਦਾ ਮੀਨਿੰਗ ਕੁਛ ਹੋਰ ਆ। ਜੇ x1 ਇਕੁਅਲ ਟੂ x2 ਲਵਾਂਗੇ, ਇੱਥੋਂ fx1 ਇਕੁਅਲ ਟੂ fx2 ਆ ਜੇ, ਇਹ ਆਪਣੇ ਕੋਲ ਵੈਲ ਡਿਫਾਈਨਡ ਹੁੰਦਾ। ਜੇ ਉਲਟਾ ਲਈਏ, ਮਤਲਬ ਇਹ ਮੰਨ ਕੇ ਇੱਧਰ ਜਾਈਏ, ਇਹ 1 1 ਹੁੰਦਾ। ਤਾਂ ਇਹ ਜਿਹੜੇ ਐਰੋ ਨੇ ਨਾ, ਇਹ ਸਿੰਬਲ ਦਾ ਬਹੁਤ ਮੀਨਿੰਗ ਹੁੰਦਾ। ਜੇ ਨਹੀਂ ਪਾਓਗੇ ਤਾਂ ਮੈਥੇਮੈਟਿਕਲੀ ਇਹਦਾ ਮੀਨਿੰਗ ਕੋਈ ਨਹੀਂ ਹੈਗਾ। ਆਪਾਂ ਨੂੰ ਕੀ ਪਤਾ ਲੱਗ ਰਿਹਾ ਕਿ ਆਪਾਂ ਇੱਥੋਂ ਇੱਥੇ ਜਾ ਰਹੇ ਕਿ ਇੱਥੇ ਜਾ ਰਹੇ ਹਾਂ। ਇਹ ਐਰੋ ਹੀ ਡਿਸਾਈਡ ਕਰੇਗਾ ਦਿਸ ਇੰਪਲਾਈਜ਼ ਵਾਲਾ, ਦੈਟ ਐਂਡ ਓਨਲੀ। ਇਹ ਜਾਣ ਕੇ ਕਿਉਂ ਪਵਾਇਆ ਕਿ ਇਹ ਸਾਰਾ ਕੰਮ 1 1 ਦਾ ਇਹਦੇ ਵਿੱਚ ਹੋ ਚੁੱਕਿਆ, ਤਾਂ ਦੁਬਾਰਾ ਲੋੜ ਨਹੀਂ ਲਿਖਣ ਦੀ। ਆਪਾਂ ਜੋ ਪਿੱਛੇ ਫਿਲਮਾਂ ਕੀਤੀਆਂ ਉਹ 'ਚ ਵੀ ਇੱਦਾਂ ਕਰ ਸਕਦੇ ਹਾਂ ਜੇ ਹੁੰਦਾ ਹੋਏ। ਉਹ ਸਟੈਪ ਤੁਹਾਨੂੰ ਇਕੱਲੇ ਚੈੱਕ ਕਰਨੇ ਪੈਣਗੇ ਕਿ ਇੱਦਾਂ ਵਾਪਸ ਜਾ ਸਕਦੇ ਹਾਂ ਆਪਾਂ। ਜੇ ਲਿਖ ਲਾਂਗੇ the above
द अबव बैकवर्ड स्टेप्स प्रूव्स फाई इज 1-1। ये फाई ने 1-1 प्रूव करता, तो 1-1 का काम बच गया। मैं पहला जान के करवाया कि तुम समझ आ रही। अदरवाइज पहला होमोमॉर्फिज्म शो कर दो, बाद चो ये स्टैप लिख दो कि ਜਿਹੜੇ बैकवर्ड स्टैप ने वो 1-1 कह रहे हैं, जिस तरह मर्जी कर सकते हैं। जो 1-1 मैं पहला करता जी, अगे हुण होमोमॉर्फिज्म कर रहे हैं पहला, फिर ऑन टू बाद चो कर लवांगे। तो मैं रब करना सी तां ही 1-1 पहला किया आपां ने। सो देखो ध्यान नाल, होमोमॉर्फिज्म किवें करांगे, लैट करांगे फाई ऑफ, पहला दो एलीमेंट बनने आप ग्रुप चो। तो लैट कर लो पहला एफ ऑफ ए ते एफ ऑफ बी आपां जी डैश चो मान लो। फिर की करांगे आपां फाई ऑफ, देखियो ध्यान नाल, फाई ऑफ एफ ऑफ ए कढ़ लो पहला, कितना होगा ये समझ के चलना काम जी। फाई ऑफ एफ ऑफ ए किवें डिफाइन किया है आपां ने, एच ए होएगा, अते फाई ऑफ एफ ऑफ बी कढ़ लिया आपां ने, ये कितना होगा एच बी। फाई ऑफ ए फाई ऑफ बी निकल गया। हुण नाउ फाई ऑफ एफ ऑफ ए इंटू एफ ऑफ बी, आ सारा ए ले लिया मैं, ये सारा बी ले लिया, ए भी लवांगे, एक फाई ए कढ़िया फाई बी कढ़िया, होर की कढ़ना हुंदा, फाई ऑफ ए भी लेना हुंदा। जे फाई ऑफ ए बी इज इक्वल्स टू फाई ऑफ ए इंटू फाई ऑफ बी आ गया, फिर आप कहांगे ये होमोमॉर्फिज्म है। समझ के करोगे तां लगू पता कि बोल मैं ए रहा, लिखा और एफ ऑफ ए है, ये मैं इदा बोल रहा कि सारा ए है एलीमेंट। तो ठीक लिया, देख लो फाई ऑफ एफ ये ए हो गया, ये सारा बी हो गया। हुण ये सॉल्व करते हैं आपां, किवें सॉल्व करांगे, इहनूं लिख सकते हैं आपां, हुण इहदी वैल्यू नहीं कढ सकते आपां। फाई की वैल्यू तां डिफाइन होगी फंक्शन इक्को होवे, तां डिफाइन किया है कि जो एक्स के नाल पिया होया हैगा फंक्शन के नाल पिया होया हैगा वो एच एक्स आ जाऊगा आंसर। इहनूं इक्को फंक्शन बना सकते हैं आपां, बिकॉज ये होमोमॉर्फिज्म है जी, इदां लिख सकते हैं। क्यों? क्योंकि बिकॉज एफ इज होमोमॉर्फिज्म दिता होया आपां, जो एफ हैगा अपने को होमोमॉर्फिज्म है जी। हुण ये किवें डिफाइन करांगे, एक्स की थां ते की आ गया जी ए बी, तो ये बन गया एच ए बी, ये लिख सकते हैं आपां एच ए इंटू एच बी, ये तो नॉर्मल सब ग्रुप की प्रॉपर्टी होंदी है, लिख सकते हैं। एच ऑफ एच ए के बराबर है जी फाई ऑफ एफ ऑफ ए, एच बी के बराबर है फाई ऑफ एफ ऑफ बी। जे जनरल वास्ते हो गया फिर सारे वास्ते हो गया, सारे वास्ते होगा तो की कहांगे फाई इज पक्का की होगा होमोमॉर्फिज्म, ये फाई जो होगा पक्का होमोमॉर्फिज्म होगा। हुण एक पार्ट रह गया ऑन टू वाला, वो समझना ध्यान नाल। लेट कर लिया, लेट ऑन टू स्टार्टिंग इदां ही हुंदी है जी। ਇਹਦੇ ਵਿੱਚੋਂ ਪਹਿਲਾ एलीमेंट एक ਲੈਟ करना, ਉਹਦੀ ਪ੍ਰੀ ਇਮੇਜ ਜੋ ਹੈਗੀ ਆ ਇਹਦੇ 'ਚ ਲੈ ਕੇ ਆਉਣੀ। ਦੇਖੋ ਸੌਖਾ ਹੀ ਆ, ਹੁਣ ਐ ਇਦਾਂ ਨਹੀਂ ਕਹਿਣਾ, ਮੈਂ ਦੁਬਾਰਾ ਗੱਲ ਕਰ ਰਿਹਾ ਕਿ ਐਕਸ ਪੱਕਾ ਜੀ 'ਚ ਮੰਨਿਆ ਹੈ, ਨਹੀਂ ਇਦਾਂ ਨਹੀਂ ਹੈ ਜੀ। ਇੱਥੋਂ ਸ਼ੁਰੂ ਕਰਨਾ ਕੁਐਸਚਨ ਸਾਰਾ, ਹੁਣ ਦੁਬਾਰਾ ਐਕਸ ਤਾਂ ਆਪਾਂ ਇੱਥੋਂ ਲਿਆ ਵੇਰੀਏਬਲ, कोई भी राइट कोसैट आप जी विच लवांगे तो अंडरस्टूड है कि राइट कोसैट तां बनणगे जे वो जी विच होऊगा एलीमेंट, तां ही एलीमेंट एच नाल मल्टीप्लाई करके राइट कोसैट बनेगा। जे एक्स जी विच आ रहा हैगा तां दैन यही गल समझाउणी अपने, जिहड़ा एफ ऑफ एक्स आ वो पक्का जी डैश च आऊगा। एफ ऑफ एक्स जो हैगा वो पक्का जी डैश होगा।
क्यों? क्योंकि जो फंक्शन हैगा अपने कोल ਇਹ G ਤੋਂ G' ਜਾ ਰਿਹਾ, G ਦੇ ਐਲੀਮੈਂਟਸ ਦੀ ਇਮੇਜਾਂ G' 'ਚ ਹੀ ਆਉਣਗੀਆਂ। ਹੁਣ ਇਹ ਗੱਲ ਕਿਉਂ ਕੀਤੀ ਹੈਗੀ ਉਹ ਲੱਗ ਜੂ ਪਤਾ। ਬਾਕੀ ਔਨ ਟੂ ਦੱਸ ਚੁੱਕੇ ਆ, ਪਹਿਲਾਂ ਔਨ ਟੂ ਕਰਕੇ ਸਾਰਾ ਦੱਸ ਚੁੱਕੇ ਆਪਾਂ। ਤਾਂ ਇਹਦੀ ਜੋ ਹੈਗੀ ਆ ਪ੍ਰੀ ਇਮੇਜ ਆਪਾਂ ਸਪੋਜ਼ ਕਰਨੀ ਹੁੰਦੀ ਹੈ। ਨਾਓ ਫਾਈ ਆਫ f of x ਇਹ ਕਿੰਨਾ ਆਊਗਾ hx। ਹੁਣ ਇਹਦੀ ਪ੍ਰੀ ਇਮੇਜ ਜੋ ਹੈਗੀ ਆ ਉਹ ਆ ਬਣ ਗਈ, ਤੇ ਇਹ ਆਪਾਂ G' ਲਿਖਣਾ ਹੁੰਦਾ ਕਿ ਇਹਦੀ ਪ੍ਰੀ ਇਮੇਜ G' ਆ ਰਹੀ ਹੈ, ਤਾਂ ਇਹ ਸਟੈਪ ਵਿੱਚ ਪਾਇਆ। ਹੁਣ ਇਹ ਕਲੀਅਰ ਹੋ ਗਿਆ, ਜਨਰਲ ਐਲੀਮੈਂਟ ਦੀ ਜੇ ਪ੍ਰੀ ਇਮੇਜ G' 'ਚ ਆ ਰਹੀ ਹੈ ਤਾਂ ਸਾਰਿਆਂ ਦੀ ਆਊਗੀ। Therefore every element of G' by H has pre-image in G', therefore phi ਕੀ ਬਣ ਗਿਆ, phi is on। ਇਹ ਪਾਰਟ ਧਿਆਨ ਨਾਲ ਦੇਖ ਲਿਓ ਜੀ। therefore phi ਪੱਕਾ ਕੀ ਹੋਊਗਾ, on to। ਜੇ ਗੱਲ ਨਾ ਸਮਝਾਵੇ ਪ੍ਰੋਪਰ, ਜਿਹੜੇ ਪਿੱਛੇ ਲੈਕਚਰ ਕਰਵਾਏ ਨੇ 1 1 ਤੇ on to ਵਾਲੇ ਉਹ ਪੜ੍ਹ ਲਈਓ ਤੇ ਤਾਂ ਪ੍ਰੋਪਰ ਸਮਝ ਲੱਗੂਗਾ। ਜੋ ਦੇਖੋ ਇਹ ਫਿਰ on to ਬਣ ਗਿਆ ਜੀ। 1 1 ਵੀ ਸ਼ੋ ਕਰਤਾ, ਆਈਸੋਮੋਰਫਿਕ ਸ਼ੋ ਕੀਤਾ, 1 1 on to, ਤਿੰਨੇ ਗੱਲਾਂ ਹੋ ਗਈਆਂ। therefore ਆਪਾਂ ਕਹਾਂਗੇ therefore ਇਹ ਦੋਨੇ ਗਰੁੱਪ ਕੀ ਹੋਣਗੇ, G' is isomorphic to G by H, ਔਰ ਜਿਸ ਤਰ੍ਹਾਂ ਮਰਜ਼ੀ ਕਹਿ ਲਓ G by H is isomorphic to G', ਜਿਸ ਤਰ੍ਹਾਂ ਮਰਜ਼ੀ ਕਹਿ ਲਓ। ਇਹ ਆਪਣਾ ਆਂਸਰ ਹੈ। ਇਹ ਸਟੇਟਮੈਂਟ ਬਹੁਤ, ਇਹ ਥਿਊਰਮ ਸਭ ਤੋਂ ਇੰਪੋਰਟੈਂਟ ਆ ਚੈਪਟਰ ਵਿੱਚ। ਇਹ ਸਟੇਟਮੈਂਟ ਵੀ ਇੰਪੋਰਟੈਂਟ ਆ ਬਿਕੋਜ਼ ਅੱਗੇ ਜਿਹੜੀ ਥਿਊਰਮਾਂ ਆਪਾਂ ਕਰਨੀਆਂ ਹੈਗੀਆਂ ਨੇ, 2 ਥਿਊਰਮਾਂ ਹੋਰ ਨੇ ਮੇਨ, ਤੇ ਉਹ ਥਿਊਰਮਾਂ ਵੀ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਇਹ ਥਿਊਰਮ ਦੀ ਸਟੇਟਮੈਂਟ ਯੂਜ਼ ਕਰਾਂਗੇ। ਜੇ ਥਿਊਰਮ ਦੀ ਸਟੇਟਮੈਂਟ ਆਪਾਂ ਨੂੰ ਯਾਦ ਹੋਊਗੀ ਤਾਂ ਹੀ ਨੈਕਸਟ 2 ਥਿਊਰਮਾਂ ਹੋਣਗੀਆਂ ਆਪਣੀਆਂ। ਚਲੋ ਠੀਕ ਆ ਜੀ, ਇਹ ਦੇਖ ਲਿਓ ਤੇ ਕੋਈ ਪ੍ਰੋਬਲਮ ਹੋਈ ਤਾਂ ਪੁੱਛ ਲਿਓ ਜੀ। ਥੈਂਕ ਯੂ।